Enclosed within the integument is a mass of cells called the nucellus. Integuments ਦੇ ਵਿੱਚ ਕੀ ਹੁੰਦਾ ਹੈਗਾ, ਓਵਿਊਲ ਹੈ ਨਾ, ਅੰਦਰ ਕੀ ਹੁੰਦਾ ਨਿਊਸੈਲਸ ਹੁੰਦਾ ਤੇ ਬਾਹਰਲੇ ਪਾਸੇ ਕੀ ਹੁੰਦੇ ਤੇ ਇੰਟੈਗੂਮੈਂਟਸ ਹੁੰਦੇ ਆ। ਆਪਾਂ ਇੱਥੇ ਦੇਖ ਲੈਂਦੇ ਆ। ਦੇਖੋ ਇਹ ਕੀ ਸੀਗੇ, ਇਨਰ ਇੰਟੈਗੂਮੈਂਟ, ਆਊਟਰ ਇੰਟੈਗੂਮੈਂਟ, ਤੇ ਉਹਨਾਂ ਦੇ ਵਿਚਾਲੇ ਇੱਕ ਮਾਸ ਆਫ ਸੈਲਸ, ਇੱਥੇ ਕਾਫੀ ਸਾਰੇ ਸੈਲਸ ਨੇ, ਠੀਕ ਹੈ, ਜਿਨ੍ਹਾਂ ਨੂੰ ਕੀ ਕਿਹਾ ਜਾਂਦਾ ਹੈਗਾ, ਨਿਊਸੈਲਸ ਕਿਹਾ ਜਾਂਦਾ ਹੈਗਾ, ਠੀਕ ਹੈ। ਔਰ ਲਿਖਿਆ ਹੀ ਹੋਏਗਾ, ਦੇਖ ਸਕਦੇ ਹੋ ਤੁਸੀਂ। Cells of the nucellus have abundant reserve food materials. ਜਦੋਂ ਤੱਕ ਨਾ ਆਹ ਇਹਦੀ ਫਰਟੀਲਾਈਜੇਸ਼ਨ ਹੁੰਦੀ ਆ, ਐਂਬਰੀਓਸੈਕ ਹੈ ਨਾ, ਐਂਬਰੀਓਸੈਕ ਦੇ ਅੰਦਰ ਇਹ ਐਗ ਸੈਲ ਪ੍ਰੈਜ਼ੈਂਟ ਹੁੰਦਾ ਹੈਗਾ, ਠੀਕ ਹੈ। ਇਹ ਥੋੜ੍ਹਾ ਮੈਂ ਪੁੱਠਾ ਬਣਾਤਾ, ਐਗ ਸੈਲ ਇੱਧਰਲੇ ਪਾਸੇ ਪ੍ਰੈਜ਼ੈਂਟ ਹੋਊਗਾ, ਠੀਕ ਹੈ। ਅਤੇ ਐਂਬਰੀਓਸੈਕ ਨਰਿਸ਼ਮੈਂਟ ਕਿੱਥੋਂ ਲੈਂਦਾ, ਨਿਊਸੈਲਸ ਤੋਂ ਨਰਿਸ਼ਮੈਂਟ ਲੈਂਦਾ ਹੈਗਾ, ਠੀਕ ਹੈ। ਐਂਬਰੀਓਸੈਕ ਨੂੰ ਨਰਿਸ਼ਮੈਂਟ ਨਿਊਸੈਲਸ ਪ੍ਰੋਵਾਈਡ ਕਰਦਾ ਹੈਗਾ। Cells of the nucellus have abundant reserve food materials, ठीक है, abundant reserve food materials ਹੁੰਦੇ ਨੇ nucellar cells ਦੇ ਕੋਲੇ। Located in the nucellus is the embryo sac or female gametophyte। ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਆਹ nucellus ਹੈ, nucellus ਦੇ ਅੰਦਰ ਕੀ ਪ੍ਰੈਜ਼ੈਂਟ ਹੁੰਦਾ ਹੈਗਾ, embryo sac ਪ੍ਰੈਜ਼ੈਂਟ ਹੁੰਦਾ ਹੈਗਾ, ਠੀਕ ਹੈ, ਆਹ ਵਾਲਾ ਜਿਹੜਾ ਹੈਗਾ। ਤੇ embryo sac ਨੂੰ ਹੀ ਕੀ ਕਿਹਾ ਜਾਂਦਾ ਹੈਗਾ, ਫੀਮੇਲ ਗੈਮੀਟੋਫਾਈਟ। Okay, moving further, an ovule generally has a single embryo sac formed from a megaspore। generally ਤਾਂ ਇੱਕ ਓਵਿਊਲ ਦੇ ਕੋਲ ਸਿਰਫ ਇੱਕੋ ਹੀ ਐਂਬਰੀਓ ਸੈਕ ਹੁੰਦਾ ਹੈ, ਮਤਲਬ ਜਿਹੜਾ ਪੂਰਾ ਦਾ ਪੂਰਾ ਨਿਊਸੈਲਰ ਸੈਲਸ ਨੇ, ਹੈ ਨਾ, ਜਿੰਨੇ ਵੀ ਹੈਗੇ ਆ, ਦਿਸ ਇਜ਼ ਨਿਊਸੈਲਸ, ਅਤੇ ਨਿਊਸੈਲਸ ਦੇ ਬਾਹਰ ਤੁਹਾਨੂੰ ਇੰਟੈਗੂਮੈਂਟਸ ਦੇਖਣ ਨੂੰ ਮਿਲਣਗੀਆਂ, ਅਤੇ ਅੰਦਰ ਤੁਹਾਨੂੰ ਕਾਫੀ ਸਾਰੇ ਸੈਲਸ ਦੇਖਣ ਨੂੰ ਮਿਲਦੇ ਜਿਹਨਾਂ ਨੂੰ ਤੁਸੀਂ ਨਿਊਸੈਲਰ ਸੈਲਸ ਕਹਿੰਦੇ ਹੋ। ਉਹਨਾਂ ਦੇ ਵਿੱਚੋਂ ਜਨਰਲੀ ਸਿਰਫ ਇੱਕੋ ਹੀ ਸੈੱਲ, ਠੀਕ ਹੈ, ਸਿਰਫ ਇੱਕੋ ਸੈੱਲ ਜਿਹੜਾ ਹੈਗਾ ਮੈਗਾਸਪੋਰ ਮਦਰ ਸੈੱਲ ਦੀ ਡਾਇਰੈਕਟ ਕਰਦਾ ਹੁੰਦਾ ਵਾ, ਠੀਕ ਹੈ। ਬਟ ਇੱਕ ਕਨਸੈਪਟ ਹੁੰਦਾ ਪੋਲੀ ਐਂਬਰੀਓਨੀ, ਜਿਹੜਾ ਆਪਾਂ ਅੱਗੇ ਪੜ੍ਹਨਾ ਹੈਗਾ, ਉਹਦੇ ਵਿੱਚ 1 2 ਮਤਲਬ ਕਾਫੀ ਸਾਰੇ ਨਿਊਸੈਲਰ ਸੈਲਸ ਮੈਗਾਸਪੋਰ ਮਦਰ ਸੈੱਲ ਦੀ ਡਾਇਰੈਕਟ ਕਰਦੇ ਆ, ਤਾਂ ਉੱਥੇ ਨਾ ਕਾਫੀ ਸਾਰੇ ਐਂਬਰੀਓ ਸੈਕ ਬਣ ਜਾਂਦੇ ਆ। ਜਿੱਥੇ ਜਨਰਲੀ ਆ ਗਿਆ ਨਾ, ਉੱਥੇ ਐਂ ਸਮਝੋ ਵੀ ਜ਼ਿਆਦਾਤਰ ਮੋਸਟ ਆਫ ਦ ਕੇਸਿਸ ਦੇ ਵਿੱਚ ਇੱਦਾਂ ਹੁੰਦਾ ਹੈਗਾ, ਬਟ ਸਾਰੇ ਕੇਸਿਸ ਦੇ ਵਿੱਚ ਨਹੀਂ ਹੋਊਗਾ, ਠੀਕ ਹੈ। ਮੋਸਟ ਆਫ ਦ ਕੇਸਿਸ ਦੇ ਵਿੱਚ ਸਿਰਫ ਸਿੰਗਲ ਐਂਬਰੀਓ ਸੈਕ ਹੀ ਪ੍ਰੈਜ਼ੈਂਟ ਹੁੰਦਾ ਹੈਗਾ ਇੱਕ ਮੈਗਾਸਪੋਰ ਦੇ ਅੰਦਰ, ਠੀਕ ਹੈ, ਸੌਰੀ ਇੱਕ ਨਿਊਸੈਲਸ ਦੇ ਅੰਦਰ, ਇੱਕ ਓਵਿਊਲ ਦੇ ਅੰਦਰ ਕਹਿ ਸਕਦੇ, ਜਿਹੜਾ ਕਿ ਮੈਗਾਸਪੋਰ ਤੋਂ ਬਣਦਾ ਹੈਗਾ। Megasporogenesis, megasporogenesis ਕੀ ਆ, the process of formation of megaspores from the megaspore mother cell is called megasporogenesis। ਓਵਿਊਲ ਸੀਗਾ, ਓਵਿਊਲ ਦੇ ਅੰਦਰ ਕਾਫੀ ਸਾਰੇ ਨਿਊਸੈਲਰ ਸੈਲਸ ਸੀਗੇ, ਹੈ ਨਾ, ਅਤੇ ਉਹਨਾਂ ਦੇ ਵਿੱਚੋਂ ਇੱਕ ਸੈੱਲ ਜਿਹੜਾ ਮੈਗਾਸਪੋਰ ਮਦਰ ਸੈੱਲ ਦੀ ਡਾਇਰੈਕਟ ਕਰਿਆ, ਅਤੇ ਉਹ ਤੋਂ ਕੀ ਬਣੇ, 4 ਮੈਗਾਸਪੋਰ ਬਣੇ, 4 ਦੇ ਵਿੱਚੋਂ 3 ਡੀਜਨਰੇਟ ਹੋ ਗਏ, ਸਿਰਫ ਇੱਕ ਰਹਿ ਗਿਆ, ਬਸ ਇੰਨੇ ਪ੍ਰੋਸੈਸ ਨੂੰ ਮੈਗਾਸਪੋਰੋਜੈਨੇਸਿਸ ਕਿਹਾ ਜਾਂਦਾ ਹੈਗਾ। Ovules generally differentiate a single megaspore mother cell in the micropylar region of the nucellus। ਓਵਿਊਲ ਦੇ ਅੰਦਰ ਨਾ ਸਿਰਫ ਇੱਕੋ ਹੀ ਮੈਗਾਸਪੋਰ ਮਦਰ ਸੈੱਲ ਹੁੰਦਾ ਹੈਗਾ ਜਨਰਲੀ, ਅਤੇ ਜਿਹੜਾ ਉਹ ਮੈਗਾਸਪੋਰ ਮਦਰ ਸੈੱਲ ਉਹ ਮਾਈਕਰੋਪਾਈਲਰ ਰੀਜਨ ਦੇ ਵਿੱਚ ਪ੍ਰੈਜ਼ੈਂਟ ਹੁੰਦਾ। ਆਪਾਂ ਦੇਖਦੇ ਹਾਂ, ਆਹ ਆਪਣੀ ਕੀ ਸੀਗੀ, ਓਵਰੀ ਸੀ। ਜੇ ਆਪਾਂ ਐਨਾਟ੍ਰੋਪਸ ਓਵਿਊਲ ਦੀ ਗੱਲ ਕਰੀਏ ਤਾਂ ਆਹ ਪਲਾਸੈਂਟਾ ਹੋ ਗਿਆ, ਅਤੇ ਓਵਿਊਲ ਜਿਹੜਾ ਹੁੰਦਾ ਆਪਣਾ ਇੱਦਾਂ ਪੁੱਠਾ ਕਰਕੇ ਪ੍ਰੈਜ਼ੈਂਟ ਹੁੰਦਾ ਹੈ ਨਾ, ਤਾਂ ਉਹਦੀ ਚਲਾਜ਼ਾ ਉੱਪਰ ਹੁੰਦਾ ਹੈਗਾ, ਅਤੇ ਉਹਦਾ ਮਾਈਕਰੋਪਾਈਲ ਜਿਹੜਾ ਹੁੰਦਾ ਉਹ ਥੱਲੇ ਹੁੰਦਾ ਹੈਗਾ, ਅਤੇ ਆਹ ਬਾਹਰ ਇੰਟੈਗੂਮੈਂਟਸ ਹੁੰਦੇ ਨੇ 2, ਜਿੱਦਾਂ ਦੇ ਵੀ ਬਣ ਗਏ, ਤਾਂ ਮੰਨ ਲਓ ਮਾਈਕਰੋਪਾਈਲ ਹੈ, ਠੀਕ ਹੈ, ਅਤੇ ਆਹਦੇ ਅੰਦਰ ਨਿਊਸੈਲਸ ਹੈ। ਹੁਣ ਮੈਂ ਸਿਰਫ ਨਿਊਸੈਲਸ ਦੀ ਫੋਟੋ ਬਣਾਵਾਂਗੀ, ਆਹ ਨਿਊਸੈਲਸ ਹੈ, ਮਾਈਕਰੋਪਾਈਲ ਉਹਦਾ ਕਿੱਥੇ ਸੀ, ਨੀਚੇ ਸੀਗਾ, ਚਲਾਜ਼ਾ ਕਿੱਥੇ ਸੀਗਾ, ਉੱਪਰ ਸੀਗਾ, ਠੀਕ ਹੈ। ਆਪਾਂ ਉਸ ਹਿਸਾਬ ਨਾਲ ਹੀ ਬਣਾ ਰਹੇ ਜਿਸ ਹਿਸਾਬ ਨਾਲ ਦਿੱਤਾ ਹੋਏਗਾ, ਚਲਾਜ਼ਾ ਉੱਪਰ ਹੈ, ਮਾਈਕਰੋਪਾਈਲ ਥੱਲੇ ਹੈ, ਠੀਕ ਹੈ। ਤਾਂ ਇੱਧਰਲੇ ਪਾਸੇ ਵਾਲਾ ਇੱਕ ਸੈੱਲ ਜਿਹੜਾ ਹੈਗਾ ਮੈਗਾਸਪੋਰ ਮਦਰ ਸੈੱਲ ਦੀ ਤਰ੍ਹਾਂ ਐਕਟ ਕਰੂਗਾ, ਅਤੇ ਉਹ 4 ਸੈੱਲ ਬਣਾਊਗਾ ਡਿਵਾਈਡ ਹੋ ਕੇ, ਜਿਨ੍ਹਾਂ ਦੇ ਵਿੱਚ ਸਿਰਫ ਇੱਕ ਬਚ ਜਾਊਗਾ, ਠੀਕ ਹੈ, ਅਤੇ ਇੱਕ ਫਿਰ ਬਚੂਗਾ, ਅੱਗੇ ਸਾਰਾ ਪ੍ਰੋਸੈਸ ਹੋਊਗਾ, ਕੀ ਹੋਊਗਾ ਆਪਾਂ ਦੇਖਦੇ ਹਾਂ। ਇਹਨਾਂ ਨੇ ਇਹ ਲਿਖਿਆ ਕਿ ਓਨਲੀ ਦ ਫੰਕਸ਼ਨਲ ਮੈਗਾਸਪੋਰ ਸੋਰੀ ਇਹਨਾਂ ਨੇ ਕੀ ਲਿਖਿਆ, ਹਾਂ, ਓਵਿਊਲਸ ਜਨਰਲੀ ਡਿਫਰੈਂਸ਼ੀਏਟ ਅ ਸਿੰਗਲ ਮੈਗਾਸਪੋਰ ਮਦਰ ਸੈਲਸ। ਓਵਿਊਲ ਦੇ ਵਿੱਚ ਸਿਰਫ ਅਤੇ ਸਿਰਫ ਇੱਕ ਸਿੰਗਲ ਮੈਗਾਸਪੋਰ ਮਦਰ ਸੈੱਲ ਹੀ ਬਣਦਾ ਹੈਗਾ ਇਨ ਦ ਮਾਈਕਰੋਪਾਈਲਰ ਰੀਜਨ, ਅਤੇ ਉਹ ਕਿੱਥੇ ਪ੍ਰੈਜ਼ੈਂਟ ਹੁੰਦਾ ਹੈਗਾ, ਮਾਈਕਰੋਪਾਈਲਰ ਰੀਜਨ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈਗਾ ਨਿਊਸੈਲਸ ਦੀ।
It is a large cell containing dense cytoplasm and a prominent nucleus. ठीक है। MMC ਦੀ ਗੱਲ ਕਰ ਰਹੇ ਆ ਕਿ ਮੈਗਾਸਪੋਰ ਮਦਰ ਸੈਲ ਹੈਗਾ ਕੀ ਆ। ਮੈਗਾਸਪੋਰ ਮਦਰ ਸੈਲ ਵੱਡਾ ਸਾਰਾ ਸੈੱਲ ਹੁੰਦਾ ਗਾ, ਠੀਕ ਹੈ। ਇੱਕ ਮਿੰਟ। Ovules generally differentiate a single megaspore mother cell in the micropylar region of the cell. yes ਠੀਕ ਹੈ। ਜਿਹੜਾ ਮੈਗਾਸਪੋਰ ਮਦਰ ਸੈੱਲ ਆ ਉਹ ਕੀ ਹੁੰਦਾ, ਇੱਕ ਸਿੰਗਲ ਲਾਰਜ ਸੈੱਲ ਹੁੰਦਾ, ਠੀਕ ਹੈ। ਕਾਫੀ ਵੱਡਾ ਸਾਰਾ ਸੈੱਲ ਹੁੰਦਾ ਅਤੇ ਉਹਦੇ ਅੰਦਰ ਕੀ ਸਾਈਟੋਪਲਾਜ਼ਮ ਕਾਫੀ ਜ਼ਿਆਦਾ ਡੈਂਸ ਹੁੰਦਾ ਹੈਗਾ ਅਤੇ ਪ੍ਰੋਮੀਨੈਂਟ ਮਤਲਬ ਕਾਫੀ ਦਿੱਖ ਬਹੁਤ ਵੱਡਾ ਨਿਊਕਲੀਅਸ ਹੁੰਦਾ। ਪ੍ਰੋਮੀਨੈਂਟ ਮਤਲਬ ਜਿਹਨੂੰ ਆਪਾਂ ਆਸਾਨੀ ਨਾਲ ਓਬਜ਼ਰਵ ਕਰ ਸਕਦੇ ਹਾਂ, ਠੀਕ ਹੈ। ਦ ਮੈਗਾਸਪੋਰ ਮਦਰ ਸੈਲ ਅੰਡਰਗੋਸ ਮਿਓਟਿਕ ਡਿਵੀਜ਼ਨ। ਮੈਗਾਸਪੋਰ ਮਦਰ ਸੈਲ ਸੀਗਾ, ਕਾਫੀ ਡੈਂਸ ਸਾਈਟੋਪਲਾਜ਼ਮ ਸੀਗਾ, ਲਾਰਜ ਸੀਗਾ ਉਹ, ਅਤੇ ਉਹਦੇ ਕੋਲ ਇੱਕ ਪ੍ਰੋਮੀਨੈਂਟ ਨਿਊਕਲੀਅਸ ਪ੍ਰੈਜ਼ੈਂਟ ਸੀਗਾ, ਓਕੇ। ਅਤੇ ਇਹ ਮਿਓਸਿਸ ਕਰਦਾ, ਮਿਓਟਿਕ ਡਿਵੀਜ਼ਨ ਅੰਡਰਗੋ ਕਰਦਾ ਹੈਗਾ, ਠੀਕ ਹੈ। ਅਤੇ ਮਿਓਟਿਕ ਡਿਵੀਜ਼ਨ 'ਚ ਇੱਥੇ ਕੀ ਬਣ ਗਈ, 4 ਸੈਲਸ ਬਣ ਗਏ, ਅਤੇ 4 'ਚੋਂ ਕੀ ਹੋ ਜਾਊਗਾ, 3 ਡੀਜਨਰੇਟ ਹੋ ਜਾਣਗੇ, ਸਿਰਫ ਇੱਕੋ ਹੀ ਸੈੱਲ ਬਚ ਜੂਗਾ। ਵਟ ਇਜ਼ ਦ ਇੰਪੋਰਟੈਂਸ ਆਫ ਦ ਮੈਗਾਸਪੋਰ ਮਦਰ ਸੈਲ ਅੰਡਰਗੋਇੰਗ ਮਿਓਸਿਸ। ਉਹ ਇੱਥੇ ਕੁਐਸਚਨ ਪੁੱਛਿਆ ਵੀ ਮੈਗਾਸਪੋਰ ਮਦਰ ਸੈਲ ਮਿਓਸਿਸ ਕਿਉਂ ਕਰਦਾ। ਆਪਾਂ ਨੂੰ ਪਤਾ ਕਿ ਮੈਗਾਸਪੋਰ ਮਦਰ ਸੈੱਲ ਨੇ ਮਿਓਸਿਸ ਕਰਕੇ ਮੈਗਾਸਪੋਰਸ ਬਣਾਉਣੇ ਆ, ਜਿਹਦੇ ਤੋਂ ਅੱਗੇ ਆਪਣਾ ਨਾ ਫੀਮੇਲ ਗੈਮੀਟ ਬਣਨਾ, ਐਂਡ ਦੇ ਵਿੱਚ ਫੀਮੇਲ ਗੈਮੀਟ ਬਣਨਾ। ਅਤੇ ਆਪਾਂ ਨੂੰ ਪਤਾ ਜਿਹੜੇ ਗੈਮੀਟ ਹੁੰਦੇ ਆ ਹੈ ਨਾ, ਗੈਮੀਟ ਹਮੇਸ਼ਾ ਹੈਪਲੋਇਡ ਹੁੰਦੇ ਨੇ, ਠੀਕ ਹੈ। ਜੇ ਗਮੀਟ ਹੈਪਲੋਇਡ ਬਣਨਾ ਗਾ ਤਾਂ ਉਹਦੇ ਵਾਸਤੇ ਰਿਡਕਸ਼ਨਲ ਡਿਵੀਜ਼ਨ ਤਾਂ ਹੋਣੀ ਜ਼ਰੂਰੀ ਆ। ਜਿਹੜਾ ਮੈਗਾਸਪੋਰ ਮਦਰ ਸੈੱਲ 'ਚ ਡਿਪਲੋਇਡ ਸੀਗਾ, ਅਤੇ ਇਹ ਤੋਂ ਆਪਾਂ ਨੂੰ ਹੈਪਲੋਇਡ ਸੈੱਲ ਬਣਾਉਣਾ ਪਊਗਾ ਨਾ, ਇਸ ਕਰਕੇ ਆਪਾਂ ਨੇ ਮਿਓਸਿਸ ਕਰੀਏ, ਇਸ ਕਰਕੇ ਆਪਾਂ ਨੇ ਰਿਡਕਸ਼ਨਲ ਡਿਵੀਜ਼ਨ ਕਰੀਏ, ਅਤੇ ਇਹੀ ਇੰਪੋਰਟੈਂਸ ਹੋਈ ਉਹਦੀ। ਮਿਓਸਿਸ ਰਿਜ਼ਲਟਸ ਇਨ ਦ ਪ੍ਰੋਡਕਸ਼ਨ ਆਫ 4 ਮੈਗਾਸਪੋਰਸ, ਠੀਕ ਹੈ। ਮਿਓਸਿਸ ਹੋ ਜਾਂਦੀ ਆ, ਮਿਓਸਿਸ ਤੋਂ ਬਾਅਦ ਕੀ ਬਣਦਾ, 4 ਮੈਗਾਸਪੋਰਸ ਬਣ ਜਾਂਦੇ ਨੇ, ਠੀਕ ਹੈ। female gametophyte. In a majority of flowering plants, one of the megaspores is functional while the other 3 degenerate. ਸ਼ੁਰੂ ਤੋਂ ਸ਼ੁਰੂ ਸਾਰਾ ਪ੍ਰੋਸੈਸ ਦੇਖ ਲੈਣੇ ਆਪਾਂ ਨੇ ਕੀ ਕੀਤਾ ਸੀਗਾ। ਨਿਊਸੈਲਸ ਹੈ ਜਿਹੜਾ, ਨਿਊਸੈਲਸ ਦਾ ਅਸਲ ਦੇ ਵਿੱਚ ਆਪਾਂ ਐਨਾਟੋਪਸ ਓਵੀਲ ਬਣਾਈਏ ਤਾਂ ਉਹਦਾ ਜਿਹੜਾ ਮਾਈਕਰੋਪਾਈਲਰ ਰੀਜਨ ਹੋਊਗਾ ਉਹ ਨੀਚੇ ਹੋਊਗਾ, ਠੀਕ ਹੈ, ਠੀਕ ਹੈ। ਤਾਂ ਉਹਦਾ ਇੱਕ ਮਾਈਕਰੋਪਾਈਲਰ, ਕਿਉਂਕਿ ਇੱਦਾਂ ਹੁੰਦਾ ਨਾ, ਉੱਥੇ ਉਲਟੀ ਫੋਟੋ ਬਣਾਈ ਹੋਈ ਆ ਉੱਪਰ ਐਨਾਟੋਪਸ ਓਵੀਲ ਦੀ, ਉਲਟੀ ਕਰਕੇ ਬਣਾਈ ਹੋਈ ਆ, ਠੀਕ ਹੈ। ਮਾਈਕਰੋਪਾਈਲਰ ਰੀਜਨ ਦੇ ਵਿੱਚ ਇੱਕ ਸੈੱਲ ਜਿਹੜਾ ਨਿਊਸੈਲਸ ਸੈੱਲ ਹੋਊਗਾ ਮੈਗਾਸਪੋਰ ਮਦਰ ਸੈੱਲ ਦੀ ਇੰਟਰੈਕਟ ਕਰੂਗਾ, ਕਾਫੀ ਵੱਡਾ ਹੋਊਗਾ, ਡਿਪਲੋਇਡ ਹੋਊਗਾ, ਪ੍ਰੋਮੀਨੈਂਟ ਨਿਊਕਲੀਅਸ ਹੋਊਗਾ, ਡੈਂਸ ਸਾਈਟੋਪਲਾਜ਼ਮ ਹੋਊਗਾ, ਉਹ ਮਿਓਸਿਸ ਕਰੂਗਾ, ਮਿਓਸਿਸ ਹੋ ਗਿਆ ਕੀ ਬਣ ਕੇ 4 ਮੈਗਾਸਪੋਰਸ ਬਣਨਗੇ, ਠੀਕ ਹੈ। ਅਤੇ ਫਿਰ ਜਿਹੜੇ 4 ਮੈਗਾਸਪੋਰਸ ਬਣੇ ਸੀਗੇ ਉਹਨਾਂ ਦੇ ਵਿੱਚੋਂ 3 ਮੈਗਾਸਪੋਰਸ ਡੀਜਨਰੇਟ ਕਰ ਜਾਣਗੇ ਅਤੇ ਸਿਰਫ ਇੱਕੋ ਹੀ ਮੈਗਾਸਪੋਰ ਬਚੂਗਾ, ਠੀਕ ਹੈ। ਉਹ ਵੀ ਕਿਹੜਾ ਬਚੂਗਾ, ਦੇਖੋ ਆਹ ਓਵਿਊਲ ਸੀ, ਓਵਿਊਲ ਦਾ ਹੈ ਕੀ ਸੀਗਾ, ਮਾਈਕਰੋਪਾਈਲਰ ਰੀਜਨ ਸੀਗਾ। ਮਾਈਕਰੋਪਾਈਲਰ ਰੀਜਨ ਦਾ ਇੱਕ ਸੈੱਲ ਜਿਹੜਾ ਹੈ ਮੈਗਾਸਪੋਰ ਮਦਰ ਸੈੱਲ ਕਾਫੀ ਵੱਡਾ ਸੈੱਲ ਹੈ, ਪ੍ਰੋਮੀਨੈਂਟ ਨਿਊਕਲੀਅਸ, ਉਹਦੇ ਕੋਲ ਡੈਂਸ ਸਾਈਟੋਪਲਾਜ਼ਮ ਹੈ ਨਾ, ਉਹਨੇ ਮਿਓਸਿਸ ਕੀਤੀ, ਉਹਦੇ ਤੋਂ 4 ਸੈੱਲ ਬਣੇ, ਤਾਂ ਆਪਣੇ ਕੋਲ ਕੁਛ ਇੱਦਾਂ ਦਾ ਰਹਿ ਗਿਆ, ਆਹ ਓਵਿਊਲ ਹੈ, ਠੀਕ ਹੈ। 1 2 3 4 ਆਹ 4 ਸੈੱਲ ਬਣ ਗਏ ਮੰਨ ਲਓ। ਤਾਂ ਉਹਨਾਂ ਦੇ ਵਿੱਚੋਂ ਨਾ ਉੱਪਰਲੇ 3 ਡੀਜਨਰੇਟ ਹੋਣਗੇ, ਮਤਲਬ ਜਿਹੜੇ ਚਲਾਜ਼ਾ ਵਾਲੀ ਸਾਈਡ ਪ੍ਰੈਜ਼ੈਂਟ ਹੋਣਗੇ ਉਹ ਵਾਲੇ 3 ਸੈੱਲ ਜਿਹੜੇ ਆ ਉਹ ਸੌਰੀ ਮਾਫ ਕਰਨਾ, ਡਾਟਸ ਦੇਖ ਲੈਣਾ ਇੱਕ ਵਾਰੀ, ਮੈਂ ਥੋੜ੍ਹਾ ਗਲਤ ਬੋਲਤਾ ਸੀਗਾ ਫਲੋ ਦੇ ਵਿੱਚ। ਓਵਿਊਲ ਸੀਗਾ, ਓਵਿਊਲ ਦੇ ਵਿੱਚ ਇੱਕ ਮਾਈਕਰੋਪਾਈਲਰ ਰੀਜਨ ਵਾਲਾ ਇੱਕ ਸੈੱਲ ਜਿਹੜਾ ਮੈਗਾਸਪੋਰ ਮਦਰ ਸੈੱਲ ਦੀ ਇੰਟਰੈਕਟ ਕਰਿਆ, ਫਿਰ ਉਹਨੇ ਬਣਾਏ 4 ਸੈੱਲ, 1 2 3 4 ਸੈੱਲਸ ਬਣ ਗਏ। ਤਾਂ ਉਹਦੇ ਵਿੱਚ ਜਿਹੜੇ 3 ਸੈੱਲ ਕਿਹੜੇ ਡੀਜਨਰੇਟ ਹੋਣਗੇ, ਜਿਹੜਾ ਮਾਈਕਰੋਪਾਈਲ ਕੜੀ ਪ੍ਰੈਜ਼ੈਂਟ ਹੋਣਗੇ, 1 2 3, ਇਹ 3 ਸੈੱਲ ਡੀਜਨਰੇਟ ਹੋ ਜਾਣਗੇ, ਸਭ ਤੋਂ ਉੱਪਰ ਵਾਲਾ ਸੈੱਲ ਹੀ ਫੰਕਸ਼ਨਲ ਰਹੂਗਾ। ਹੁਣ ਇੱਦਾਂ ਕਿਉਂ ਹੁੰਦਾ ਹੈਗਾ, ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਮੈਗਾਸਪੋਰ ਮਦਰ ਸੈੱਲ ਸੀਗਾ ਉਹ ਮਾਈਕਰੋਪਾਈਲ ਕਣੀ ਹੀ ਕਿਉਂ ਪ੍ਰੈਜ਼ੈਂਟ ਹੋਇਆ, ਕਿਉਂਕਿ ਮਾਈਕਰੋਪਾਈਲ ਕਣੀ ਨਾ ਕੀ ਨਹੀਂ ਸੀਗਾ, ਇੰਟੈਗਮੈਂਟਸ ਨਹੀਂ ਸੀਗੇ। ਤਾਂ ਜਦੋਂ ਪੋਲਨ ਟਿਊਬ ਨੇ ਐਂਟਰ ਕਰਨਾ ਹੋਊਗਾ ਤਾਂ ਉਹਨੂੰ ਮਾਈਕਰੋਪਾਈਲ ਕਣੀ ਐਂਟਰ ਹੋਣਾ ਸੌਖਾ ਹੋ ਜਾਊਗਾ, ਉਹਨੂੰ ਕਾਫੀ ਲੰਬਾ ਰਾਸਤਾ ਨਹੀਂ ਤੈਅ ਕਰਨਾ ਪਊਗਾ, ਹੈ ਨਾ। ਜਾਂ ਇੰਟੈਗਮੈਂਟਸ ਕਰੀਓ ਉਹਨੂੰ ਮਤਲਬ ਐਂਟਰ ਕਰਨਾ ਔਖਾ ਹੋ ਜਾਊਗਾ। ਵੈਸੇ ਤਾਂ ਪੋਲਨ ਟਿਊਬ ਕਈ ਕੇਸਿਸ ਦੇ ਵਿੱਚ ਚਲਾ ਸਕਣੀ ਉਹ ਐਂਟਰ ਕਰ ਸਕਦੀ ਆ, ਹੈ ਨਾ, ਇੱਧਰ ਵੀ ਐਂਟਰ ਕਰ ਸਕਦੀ ਆ ਇੰਟੈਗਮੈਂਟਸ ਕਰੀਓ, ਠੀਕ ਹੈ। ਇੰਟੈਗਮੈਂਟਸ ਕਰੀਓ ਐਂਟਰ ਕਰੀਏ ਉਹਨੂੰ ਆਪਾਂ ਮੀਜ਼ੋਗੈਮੀ ਕਹਿ ਦਿੰਦੇ, ਚਲਾ ਸਕਣੀ ਉਹ ਐਂਟਰ ਕਰੀਏ ਉਹਨੂੰ ਆਪਾਂ ਚਲਾਜ਼ੋਗੈਮੀ ਕਹਿ ਦਿੰਦੇ ਆ, ਹੈ ਨਾ। ਬਟ ਜ਼ਿਆਦਾਤਰ ਕੇਸਿਸ ਦੇ ਵਿੱਚ ਕੀ ਆ, ਸਿਰਫ ਅਤੇ ਸਿਰਫ ਮਾਈਕਰੋਬਾਈਲ ਕਣੀ ਹੀ ਐਂਟਰ ਕਰਦੀ, ਕਿਉਂਕਿ ਇੱਧਰੋਂ ਉਹਨੂੰ ਐਂਟਰ ਕਰਨਾ ਬਹੁਤ ਸੌਖਾ ਹੁੰਦਾ ਹੈਗਾ। ਚਲੋ ਉਹ ਤਾਂ ਠੀਕ ਆ, ਬਟ ਫਿਰ ਆਪਾਂ ਇੱਧਰਲਾ ਸੈੱਲ ਵੀ ਤਾਂ ਮਾਈਕਰੋਪਾਈਲਰ ਐਂਡ ਵਾਲਾ ਸੈੱਲ ਵੀ ਤਾਂ ਫੰਕਸ਼ਨਲ ਰੱਖ ਸਕਦੇ ਸੀਗੇ, ਮਾਈਕਰੋਪਾਈਲਰ ਐਂਡ ਵਾਲਾ ਮੈਗਾਸਪੋਰ ਵੀ ਤਾਂ ਫੰਕਸ਼ਨ ਰੱਖ ਸਕਦੇ ਸੀ, ਉਹ ਕਿਉਂ ਨਹੀਂ ਰੱਖਿਆ, ਕਿਉਂਕਿ ਇਹਦੇ ਨਾਲ ਨਾ ਵੀ ਆਪਾਂ ਮਾਈਕਰੋਪਾਈਲ ਤੋਂ ਥੋੜ੍ਹਾ ਦੂਰ ਰੱਖ ਲਈਏ, ਕਿਉਂਕਿ ਮਾਈਕਰੋਪਾਈਲ ਕਣੀ ਤਾਂ ਕੁਝ ਹੈ ਨਹੀਂਗਾ, ਕੋਈ ਪ੍ਰੋਡਕਸ਼ਨ ਵਗੈਰਾ ਨਹੀਂ ਹੈਗੀ, ਤਾਂ ਉਹਦੇ ਨਾਲ ਨਾ ਫੰਗਲ ਅਤੇ ਬੈਕਟੀਰੀਅਲ ਇਨਫੈਕਸ਼ਨ ਪ੍ਰੀਵੈਂਟ ਹੋ ਜਾਂਦੇ ਆ।
ਠੀਕ ਹੈ ਕਿ ਕੁਛ ਹੱਦ ਤੱਕ ਫੰਗਲ ਤੇ ਬੈਕਟੀਰੀਅਲ ਇਨਫੈਕਸ਼ਨ ਦੀ ਪ੍ਰੀਵੈਂਸ਼ਨ ਹੁੰਦੀ ਹੈ, ਇਸ ਕਰਕੇ ਉਹ ਸਭ ਤੋਂ ਦੂਰ ਵਾਲਾ ਸੈੱਲ ਜਿਹੜਾ ਹੈਗਾ ਉਹ ਫੰਕਸ਼ਨਲ ਰਹਿੰਦਾ ਹੈਗਾ। ਓਕੇ, ਇੱਕ ਵਾਰੀ ਦੇਖ ਲਓ, ਆਹ ਓਵਿਊਲ ਸੀ, ਮੈਗਾਸਪੋਰ ਮਦਰ ਸੈੱਲ ਕਿੱਥੇ ਹੋ ਸੀਗਾ, ਮਾਈਕਰੋਪਾਈਲਰ ਰੀਜਨ ਦੇ ਵਿੱਚ ਸੀਗਾ। ਉਹਨੇ ਮਿਓਸਿਸ ਕੀਤੀ, 4 ਮੈਗਾਸਪੋਰਸ ਬਣ ਗਏ, 4 ਮੈਗਾਸਪੋਰਸ ਤੋਂ ਜਿਹੜੇ ਮਾਈਕਰੋਪਾਈਲ ਕਣੀ ਸੀ ਉਹ ਡੀਜਨਰੇਟ ਹੋ ਗਏ, ਸਿਰਫ ਤੇ ਸਿਰਫ ਉੱਪਰ ਵਾਲਾ ਰਹਿ ਗਿਆ ਜਿਹੜਾ ਚਲਾਜ਼ਲੈਂਡ ਪਾਸੇ ਪ੍ਰੈਜ਼ੈਂਟ ਸੀਗਾ। ਠੀਕ ਹੈ, ਫਿਰ ਓਵਰਲੇ ਮੈਗਾਸਪੋਰ ਦੀ ਗੱਲ ਕਰਦੇ ਆ, ਓਵਿਊਲ ਆ, ਬਾਕੀ ਦੇ ਰੀਜਨਰੇਟ ਹੋ ਗਏ, ਸਿਰਫ ਆਹ ਵਾਲਾ ਮੈਗਾਸਪੋਰ ਹੈਗਾ। ਹੁਣ ਇਹ ਵਾਲੇ ਮੈਗਾਸਪੋਰ ਦੀ ਆਪਾਂ ਗੱਲ ਕਰਦੇ ਹਾਂ, ਇਹਦੇ ਵਿੱਚ ਪ੍ਰੈਜ਼ੈਂਟਲੀ ਕੁਛ ਇੱਦਾਂ ਦੀ ਕੰਡੀਸ਼ਨ ਆ, ਮੈਂ ਹੁਣ ਮੈਗਾਸਪੋਰ ਨੂੰ ਬਣਾ ਰਹੀ ਹਾਂ। ਠੀਕ ਹੈ, ਸਿਰਫ ਆ ਮੈਗਾਸਪੋਰ ਆ, ਇਹਦੇ ਕੋਲ ਇੱਕ ਨਿਊਕਲੀਅਸ ਆ ਤੇ ਇਹ ਹੈਪਲੋਇਡ ਆ। ਠੀਕ ਹੈ, ਫਿਰ ਉਹਦੇ ਬਾਅਦ ਕੀ ਹੋਊਗਾ, ਇਹ ਜਿਹੜਾ ਨਿਊਕਲੀਅਸ ਆ ਇਹ ਮਾਈਟੋਸਿਸ ਕਰੂਗਾ। ਮਾਈਟੋਸਿਸ ਕਰਕੇ ਨਿਊਕਲੀਅਸ ਕੀ ਹੈ, 2 ਨਿਊਕਲੀਅਸ ਬਣਾ ਲੂਗਾ ਤੇ ਦੋਨੋਂ ਨਿਊਕਲੀਅਸ ਪੋਲਸ ਕਨੀ ਸ਼ਿਫਟ ਹੋ ਜਾਣਗੇ। ਠੀਕ ਹੈ, ਇੱਕ ਨਿਊਕਲੀਅਸ ਇੱਥੇ ਆ ਗਿਆ, ਇੱਕ ਨਿਊਕਲੀਅਸ ਇੱਥੇ ਆ ਗਿਆ। ਫਿਰ ਇਹ ਹਰੇਕ ਨਿਊਕਲੀਅਸ ਨੇ ਕੀ ਦੁਬਾਰਾ ਤੋਂ ਮਾਈਟੋਸਿਸ ਕੀਤੀ। ਫਿਰ ਤੋਂ ਮਾਈਟੋਸਿਸ ਕਰਨ ਤੋਂ ਬਾਅਦ ਫਿਰ ਇੱਥੇ ਕੀ ਬਣ ਗਿਆ, 2 ਇੱਥੇ ਹੋ ਗਏ, 2 ਇੱਥੇ ਹੋ ਗਏ। ਓਕੇ, ਫਿਰ ਮਤਲਬ ਉਹ ਕੀ ਇਹਦਾ 3 ਵਾਰੀ ਮਾਈਟੋਸਿਸ ਕਰਦਾ ਹੈਗਾ ਤੇ ਉਹਦੇ ਕੋਲ ਕੀ ਹੋ ਜਾਂਦੇ ਨੇ, ਟੋਟਲ 8 ਨਿਊਕਲੀਅਸ ਹੋ ਜਾਂਦੇ ਆ। ਉਹ ਆਪਾਂ ਸਾਰਾ ਦੇਖਦੇ ਹਾਂ ਵੈਸੇ ਹੁਣ ਦੇ। Female gametophyte. In a majority of flowering plants, one of the megaspores is functional while the other 3 degenerate. ਆਪਾਂ ਕਿੰਨੀ ਵਾਰੀ ਮੈਂ ਇਹ ਚੀਜ਼ ਦੱਸ ਦਿੱਤੀ ਆ ਕਿ ਸਿਰਫ ਇੱਕ ਹੀ ਮੈਗਾਸਪੋਰ ਫੰਕਸ਼ਨਲ ਰਹਿੰਦਾ, ਬਾਕੀ ਦੇ 3 ਜਿਹੜੇ ਆ ਡੀਜਨਰੇਟ ਹੋ ਜਾਂਦੇ ਨੇ। ਓਨਲੀ ਦ ਫੰਕਸ਼ਨਲ ਮੈਗਾਸਪੋਰ ਡਿਵੈਲਪਸ ਇਨਟੂ ਦ ਫੀਮੇਲ ਗੈਮੇਟੋਫਾਈਟ ਐਮਬ੍ਰਿਓਸੈਕ। ਤੇ ਸਿਰਫ ਜਿਹੜਾ ਹੈਗਾ ਫੰਕਸ਼ਨਲ ਮੈਗਾਸਪੋਰ ਹੀ ਫੀਮੇਲ ਗੈਮੇਟੋਫਾਈਟ ਦੇ ਵਿੱਚ ਡਿਵੈਲਪ ਕਰਦਾ ਹੈਗਾ, ਤੇ ਫੀਮੇਲ ਗੈਮੇਟੋਫਾਈਟ ਆਪਾਂ ਕਿਹਨੂੰ ਕਹਿੰਦੇ ਆ, ਐਮਬ੍ਰਿਓਸੈਕ ਨੂੰ ਕਹਿੰਦੇ ਆ। This method of embryosac formation from a single megaspore mother cell is called monosporic development. ठीक है, इस एम्ब्रियोसैक फॉर्मेशन ਨੂੰ, ठीक है, ਇਸ ਐਮਬ੍ਰਿਓਸੈਕ ਫਾਰਮੇਸ਼ਨ ਦੇ ਮੈਥਡ ਨੂੰ ਸਿਰਫ ਇੱਕ ਮੈਗਾਸਪੋਰ ਮਦਰ, ਇੱਕ ਮੈਗਾਸਪੋਰ ਤੋਂ ਐਮਬ੍ਰਿਓਸੈਕ ਬਣਨ ਦਾ ਜਿਹੜਾ ਪੂਰਾ ਪ੍ਰੋਸੈਸ ਹੈ, ਇਹਨੂੰ ਆਪਾਂ ਮੋਨੋਸਪੋਰਿਕ ਡਿਵੈਲਪਮੈਂਟ ਕਹਿੰਦੇ ਹਾਂ। ਮੋਨੋਸਪੋਰਿਕ ਕਿਉਂਕਿ ਸਿਰਫ ਇੱਕ ਮੈਗਾਸਪੋਰ ਤੋਂ ਹੀ ਬਣਿਆ, ਇੱਕ ਸਪੋਰ ਤੋਂ ਹੀ ਬਣਿਆ ਹੈਗਾ, ਤਾਂ ਕਰਕੇ ਉਹਨੂੰ ਮੋਨੋਸਪੋਰਿਕ ਡਿਵੈਲਪਮੈਂਟ ਕਹਿੰਦੇ ਆ। What will be the pleiady of the cells of the new cell is this ਸੈਲਸ ਡਿਪਲੋਇਡ ਹੁੰਦੀ ਹੈ, ਡਿਪਲੋਇਡ। ਤੇ ਮੈਗਾਸਪੋਰ ਮਦਰ ਸੈਲ ਉਹ ਵੀ ਡਿਪਲੋਇਡ ਹੁੰਦਾ ਹੈਗਾ। ਦ ਫੰਕਸ਼ਨਲ ਮੈਗਾਸਪੋਰ ਉਹ ਹੈਪਲੋਇਡ ਹੁੰਦਾ ਹੈ। ਤੇ ਫੀਮੇਲ ਗੈਮੇਟੋਫਾਈਟ ਦੀ ਪਲੋਇਡੀ ਤੁਸੀਂ ਦੱਸੋ ਕੀ ਹੋਊਗੀ। ਠੀਕ ਹੈ, ਫੀਮੇਲ ਗੈਮੇਟੋਫਾਈਟ ਕੀ ਹੁੰਦਾ ਹੈਗਾ, ਉਹ ਵੀ ਵੈਸੇ ਹੈਪਲੋਇਡ ਹੁੰਦਾ ਹੈ। ਜਨਰਲੀ ਆਪਾਂ ਗੱਲ ਕਰੀਏ ਤਾਂ ਫੀਮੇਲ ਗੈਮੇਟੋਫਾਈਟ 7 ਸੈਲ 8 ਨਿਊਕਲੀਅਸ ਕੰਡੀਸ਼ਨ ਹੁੰਦੀ ਉਹਦੇ ਵਿੱਚ, ਪਰ ਜੇ ਆਪਾਂ ਉਹਨੂੰ ਕੋਈ ਪੁੱਛੇ ਕਿ ਫੀਮੇਲ ਗੈਮੇਟੋਫਾਈਟ ਦੀ ਪਲੋਇਡੀ ਕੀ ਹੈ, ਦੈਨ ਵੀ ਵਿਲ ਸੀ ਹੈਪਲੋਇਡ। ਓਕੇ, ਸੋ ਇੱਕ ਵਾਰੀ ਉੱਪਰ ਡਾਇਗਰਾਮ ਜਿਹੜਾ ਦਿੱਤਾ ਹੋਇਆ ਹੈ ਇਸ ਪੇਜ ਦੇ ਉੱਪਰ ਉਹ ਦੇਖ ਲੈਂਦੇ ਹਾਂ ਆਪਾਂ। ਓਕੇ, ਆ ਦੇਖੋ, ਆ ਆਪਣਾ ਨਿਊਸੈਲਸ ਸੀਗਾ, ਨਿਊਸੈਲਰ ਸੈਲ ਸੀਗੇ ਕਾਫੀ ਸਾਰੇ, ਉਹਨਾਂ ਦੇ ਵਿੱਚ ਮਾਈਕਰੋਪਾਈਲਰ ਐਂਡ ਦੇ ਉੱਪਰ ਪ੍ਰੈਜ਼ੈਂਟ ਇੱਕ ਸੈਲ ਜਿਹੜਾ ਹੈਗਾ ਮੈਗਾਸਪੋਰ ਮਦਰ ਸੈਲ ਦੀ ਤਰ੍ਹਾਂ ਐਕਟ ਕਰਦਾ ਸੀ। ਉਹ ਕੀ ਹੁੰਦਾ, ਕਾਫੀ ਲਾਰਜ ਹੁੰਦਾ, ਉਹਦੇ ਕੋਲ ਪ੍ਰੋਮੀਨੈਂਟ ਨਿਊਕਲੀਅਸ ਹੁੰਦਾ, ਮਤਲਬ ਕਾਫੀ ਲਾਰਜ ਨਿਊਕਲੀਅਸ ਹੁੰਦਾ ਤੁਸੀਂ ਕਹਿ ਸਕਦੇ ਹੋ। ਠੀਕ ਹੈ, ਤੇ ਆਹ ਮੈਗਾਸਪੋਰ ਮਦਰ ਸੈਲ ਐਸੇ ਕਰਕੇ। ਫਿਰ ਉਹਦੇ ਬਾਅਦ ਮੈਗਾਸਪੋਰ ਮਦਰ ਸੈਲ ਤੋਂ ਬਾਅਦ ਕਿੱਥੇ ਕੀ ਬਣਿਆ, ਮੈਗਾਸਪੋਰ ਡਾਇਡ ਬਣਿਆ। ਦੇਖੋ ਜਿਹੜੀ ਮਿਓਸਿਸ ਹੁੰਦੀ ਉਹਦੇ ਵਿੱਚ ਤਾਂ 2 ਸਟੇਜਸ ਹੁੰਦੀਆਂ ਨੇ, ਇੱਕ ਰਿਡਕਸ਼ਨਲ ਡਿਵੀਜ਼ਨ, ਇੱਕ ਇਕੁਏਸ਼ਨਲ ਡਿਵੀਜ਼ਨ। ਪਹਿਲਾਂ ਰਿਡਕਸ਼ਨਲ ਡਿਵੀਜ਼ਨ ਹੋਈ ਤਾਂ ਉੱਥੋਂ ਡਾਇਡ ਬਣਿਆ, ਉਹਦੇ ਬਾਅਦ ਇਕੁਏਸ਼ਨਲ ਡਿਵੀਜ਼ਨ ਹੋਈ ਤਾਂ ਉੱਥੋਂ ਟੈਟਰਾਇਡ ਬਣ ਗਿਆ। ਠੀਕ ਹੈ, ਮਾਈਕਰੋਪਾਈਲਰ ਐਂਡ ਨਿਊਸੈਲਸ ਆ, ਮੈਗਾਸਪੋਰ ਡਾਇਡ ਬਣ ਗਿਆ। ਮਤਲਬ ਇੱਕ ਵਾਰੀ ਮੈਗਾਸਪੋਰ ਮਦਰ ਸੈਲ ਨੇ ਫਸਟ ਸਟੈਪ ਕਰਿਆ ਮਿਓਸਿਸ ਦਾ, ਮਿਓਸਿਸ 1 ਕਰੀ। ਠੀਕ ਹੈ, ਮੈਗਾਸਪੋਰ ਨੂੰ ਡਾਇਡ ਫਾਰਮੇਸ਼ਨ ਹੋ ਗਿਆ, ਤੇ ਜਦੋਂ ਮਿਓਸਿਸ 2 ਕੰਪਲੀਟ ਹੋਈ ਤਾਂ ਮੈਗਾਸਪੋਰ ਟੈਟਰਾਇਡ ਫਾਰਮੇਸ਼ਨ ਉੱਥੇ ਹੋ ਗਈ। ਫਿਰ ਉਹ ਤੋਂ ਬਾਅਦ ਕੀ ਹੋਇਆ, ਜਿਹੜੇ ਇਹਨਾਂ ਦੇ ਵਿੱਚੋਂ ਮਾਈਕਰੋਪਾਈਲਰ ਐਂਡ ਵਾਲੇ ਜਿਹੜੇ 3 ਉਹ ਸੀਗੇ 1 2 3, ਇਹ 3 ਡੀਜਨਰੇਟ ਹੋ, ਸਿਰਫ ਆਹ ਵਾਲਾ ਰਹਿ ਗਿਆ। ਠੀਕ ਹੈ, ਸਭ ਤੋਂ ਵੱਡਾ ਵਾਲਾ ਉਹ ਵਾਲਾ ਸੈੱਲ ਰਹਿ ਗਿਆ। ਤੇ ਉਹਦਾ ਜਿਹੜਾ ਨਿਊਕਲੀਅਸ ਸੀ ਉਹਨੇ ਕੀ ਕਰੀ, ਮਾਈਟੋਸਿਸ ਕਰੀ। ਮਾਈਟੋਸਿਸ ਕਰਨ ਤੋਂ ਬਾਅਦ ਜਿਹੜੇ 2 ਬਚ ਕੇ 2 ਬਣ ਗਏ ਨਿਊਕਲੀਅਸ, ਉਹ ਦੋਨੋਂ ਕੀ ਆ ਪੋਲਸ ਦੀ ਕਰੀ ਸ਼ਿਫਟ ਹੋ ਗਏ। ਫਿਰ ਦੋਨਾਂ ਨੇ ਅੱਗੇ ਫਿਰ ਮਾਈਟੋਸਿਸ ਕਰੀ, ਦੋਨੋਂ ਨਿਊਕਲੀਅਸ ਨੇ। ਠੀਕ ਹੈ, ਦੋਨੋਂ ਨਿਊਕਲੀਆਈ ਨੇ ਸੌਰੀ, ਤੇ ਫਿਰ ਦੋਨਾਂ ਤੋਂ ਕੀ ਹੈ 2 ਹੋਰ ਬਣ ਗਏ, ਉਹ ਪੋਲਸ ਕਨੀ ਹੀ ਨੇ। ਠੀਕ ਹੈ, ਪੋਲਸ ਕਨੀ ਹੀ ਪਰਸਿਸਟ ਕਰ ਰਹੇ ਨੇ ਹਜੇ ਵੀ, ਤੇ ਪੋਲਸ ਕਨੀ ਹੀ ਰਹਿ ਕੇ ਉਹ ਮਾਈਟੋਸਿਸ ਕਰ ਰਹੇ ਨੇ। ਫਿਰ 2 ਬਣ ਗਏ ਤੇ ਦੋਨਾਂ ਨੇ ਫਿਰ ਮਾਈਟੋਸਿਸ ਕਰੀ, ਦੋਨਾਂ 2 ਸੈੱਲ ਹੋਰ ਬਣ ਗਏ। ਟੋਟਲ ਇੱਥੇ ਇੱਕ ਪੋਲ ਕਨੀ 4 ਸੈੱਲ ਬਣ ਗਏ, ਤੇ ਟੋਟਲ 8 ਸੈੱਲ ਬਣ ਚੁੱਕੇ ਆ। ਫਿਰ ਉਹ ਤੋਂ ਬਾਅਦ ਕੀ ਹੁੰਦਾ, ਇੱਕ ਇੱਥੋਂ ਨਿਊਕਲੀਅਸ ਇੱਧਰ ਆ ਜਾਂਦਾ ਤੇ ਇੱਕ ਇੱਧਰ ਆ ਜਾਂਦਾ, ਤਾਂ ਇਹਨਾਂ ਨੂੰ ਪੋਲਰ ਨਿਊਕਲੀਆ ਕਿਹਾ ਜਾਂਦਾ। ਜਿਹੜੇ ਸੈਂਟਰ ਦੇ ਵਿੱਚ ਨਿਊਕਲੀਅਸ ਹੁੰਦੇ ਉਹਨਾਂ ਨੂੰ ਪੋਲਰ ਨਿਊਕਲੀਆ ਕਿਉਂ ਕਹਿੰਦੇ, ਕਿਉਂਕਿ ਪੋਲ ਤੋਂ ਆਏ ਆ, ਇਸ ਕਰਕੇ ਪੋਲਰ ਨਿਊਕਲੀਆ ਕਿਹਾ ਜਾਂਦਾ। ਓਕੇ, ਤੇ ਬਾਕੀ ਦੇ 3 ਨਿਊਕਲੀਅਸ ਉੱਥੇ ਹੀ ਰਹਿੰਦੇ ਨੇ। ਠੀਕ ਹੈ, ਜਿਹੜੇ ਤਾਂ ਚਲਾਜ਼ਲੈਂਡ ਕਨੀ ਹੁੰਦੇ ਆ ਪ੍ਰੈਜ਼ੈਂਟ, ਉਹ ਕੀ ਹੈ ਐਂਟੀਪੋਡਲਸ ਬਣਾ ਲੈਂਦੇ ਆ। ਤੇ
ਵੈਸੇ ਸਾਈਨਰਜਿਸ ਨੇ ਉਲਟਾ ਬਣਾਇਆ ਹੋਇਆ, ਠੀਕ ਹੈ, ਐਂਟੀਬੋਡੀਜ਼ ਇੱਧਰ ਨੇ ਮੰਨ ਲਓ, ਠੀਕ ਹੈ, ਜਿਹੜੇ ਇੱਧਰਲੇ ਪਾਸੇ ਪ੍ਰੈਜ਼ੈਂਟ ਹੈ ਚਲਾਜ਼ਲੈਂਡ ਇੱਥੇ ਆ, ਕਿਉਂ ਇਹ ਇਹਦੇ ਹਿਸਾਬ ਨਾਲ ਮਾਈਕਰੋਬਾਈਲ ਉੱਪਰ ਆ, ਚਲਾਜ਼ਲੈਂਡ ਥੱਲੇ ਆ, ਮੇਰੇ ਵਾਲੇ ਡਾਇਗਰਾਮ ਨਾਲ ਕਨਫਿਊਜ਼ਨ ਹੋ ਰਿਹਾ, ਮੈਂ ਤੁਹਾਨੂੰ ਸਹੀ ਦੱਸ ਰਹੀ ਸੀ, ਠੀਕ ਹੈ। ਇਹ ਬਣਾ ਸਾਰੇ ਕੁਝ ਐਨਾਟੋਮਸ ਓਵਿਊਲ ਦੀ ਤਰ੍ਹਾਂ ਰਹੇ ਨੇ, ਬਟ ਇਹਨਾਂ ਨੇ ਸ਼ੁਰੂ ਵਾਲੇ ਜਿਹੜਾ ਓਵਿਊਲ ਦਾ ਡਾਇਗਰਾਮ ਸੀ ਉਹਦੇ ਵਿੱਚ ਹੀ ਐਨਾਟੋਮਸ ਓਵਿਊਲ ਨੂੰ ਉਲਟਾ ਕਰਕੇ ਬਣਾਇਆ ਹੋਇਆ ਤੁਹਾਡੀ ਅੰਡਰਸਟੈਂਡਿੰਗ ਦੇ ਲਈ, ਠੀਕ ਹੈ। ਮੈਂ ਤੁਹਾਨੂੰ ਤਾਂ ਕਰਕੇ ਸਭ ਇੱਦਾਂ ਦੱਸ ਰਹੀ ਸੀ ਜਿੱਦਾਂ ਜਿੱਧਰ ਪ੍ਰੈਜ਼ੈਂਟ ਹੈ ਤਾਂ ਤੁਸੀਂ ਕਨਫਿਊਜ਼ ਨਾ ਹੋ ਜਾਓ ਇਸ ਕਰਕੇ, ਠੀਕ ਹੈ। ਐਂਟੀਬੋਡੀਜ਼ ਜਿਹੜੇ ਚਲਾਜ਼ਲੈਂਡ ਕਨੀ ਪ੍ਰੈਜ਼ੈਂਟ ਹੋਣਗੇ, ਫਿਰ ਸਾਈਨਰਜਿਸ ਜਿਹੜੇ ਦੋ ਨਿਊਕਲੀਅਰ ਸਾਈਨਰਜਿਸ ਦੇ ਬਣ ਜਾਣਗੇ, ਇੱਕ ਐਕਸਲ ਦਾ ਬਣ ਜਾਊਗਾ, ਤੇ ਬਾਕੀ ਦੇ ਦੋ ਨਿਊਕਲੀਅਰ ਪੋਲ ਤੋਂ ਆ ਜਾਣਗੇ ਸੈਂਟਰ ਤੇ ਉਹਨਾਂ ਨੂੰ ਆਪਾਂ ਪੋਲਰ ਨਿਊਕਲੀਅਰ ਕਹਿੰਦੇ ਆ, ਤੇ ਜਿਹੜਾ ਸੈਂਟਰਲ ਸੈੱਲ ਹੈ ਉਹਦੇ ਨਿਊਕਲੀਅਸ ਪ੍ਰੈਜ਼ੈਂਟ ਹੋਣਗੇ ਉਹ। ਹੁਣ ਆਪਣਾ ਫਾਈਨਲ ਐਂਬਰੀਓ ਸੈਕ ਹੈ, ਠੀਕ ਹੈ। ਫਾਈਨਲ ਐਂਬਰੀਓ ਸੈਕ ਇੱਦਾਂ ਦਾ ਹੁੰਦਾ ਹੈਗਾ। ਸਭ ਤੋਂ ਪਹਿਲਾਂ ਜੇ ਆਪਾਂ ਮਾਈਕਰੋਪੈਲਰ ਐਂਡ ਦੀ ਗੱਲ ਕਰੀਏ, ਠੀਕ ਹੈ, ਹੁਣ ਦੇਖੋ ਤੁਹਾਨੂੰ ਕਿਹਾ ਸੀ ਨਾ ਤੁਹਾਨੂੰ ਕਨਫਿਊਜ਼ ਕਰਨਗੇ। ਹੁਣ ਮਾਈਕਰੋਪੈਲਰ ਇਹਨਾਂ ਦਾ ਨੀਚੇ ਆ ਗਿਆ, ਪਹਿਲਾਂ ਮਾਈਕਰੋਪੈਲਰ ਇਹਨਾਂ ਨੇ ਉੱਪਰ ਕਰ ਰੱਖਿਆ ਸੀ, ਹੁਣ ਇਹ ਸਹੀ ਆ, ਦਿਸ ਇਜ਼ ਕਰੈਕਟ, ਠੀਕ ਹੈ। ਇਹ ਉਸ ਹਿਸਾਬ ਨਾਲ ਸਹੀ ਆ ਵੀ ਓਵਿਊਲ ਐਨਾਟੋਮਸ ਓਵਿਊਲ ਇੱਦਾਂ ਦਾ ਹੁੰਦਾ, ਉਹਦਾ ਮਾਈਕਰੋਪੈਲਰ ਨੀਚੇ ਹੁੰਦਾ, ਉਹਦਾ ਉਹ ਚਲਾਜ਼ਾ ਉੱਪਰ ਹੁੰਦਾ ਵਾ, ਤੇ ਉਸ ਹਿਸਾਬ ਨਾਲ ਇਹ ਸਹੀ ਆ। ਬਾਕੀ ਸਾਰਾ ਇਹ ਉਲਟਾ ਕਰਕੇ ਹੀ ਸਮਝਾ ਰਹੀ ਸੀਗੀ, ਠੀਕ ਹੈ। ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਤੇ ਹੁਣ ਦੇਖੋ ਮਾਈਕਰੋਪੈਲਰ ਐਂਡ ਤੇ ਕੀ ਸੀ, ਦੋ ਸਾਈਨਰਜਿਸ ਪ੍ਰੈਜ਼ੈਂਟ ਸੀਗੇ, ਦੋ ਸਾਈਨਰਜਿਸ ਪ੍ਰੈਜ਼ੈਂਟ ਸੀਗੇ ਆ ਉਹਨਾਂ ਦੇ ਵੈਕਿਊਲ ਨੇ, ਠੀਕ ਹੈ, ਹਾਂ ਉਹਨਾਂ ਦੇ ਨਿਊਕਲੀਅਸ ਨੇ, ਤੇ ਉਹਨਾਂ ਦੇ ਕੋਲ ਇੱਕ ਅਪੈਰੇਟਸ ਪ੍ਰੈਜ਼ੈਂਟ ਹੁੰਦਾ ਸਾਈਨਰਜਿਸ ਦੇ ਕੋਲ, ਉਹਨੂੰ ਆਪਾਂ ਫਿਲੀਫਾਰਮ ਅਪੈਰੇਟਸ ਕਹਿੰਦੇ ਹਾਂ, ਠੀਕ ਹੈ। ਫਿਲੀਫਾਰਮ ਅਪੈਰੇਟਸ ਦਾ ਕੁਛ ਨਹੀਂ ਕੰਮ ਹੁੰਦਾ, ਉਹਦਾ ਬਸ ਨਿਊਟ੍ਰੀਸ਼ਨ ਨੂੰ ਸਕ ਕਰਨ ਦਾ ਕੰਮ ਹੁੰਦਾ, ਨਹੀਂ ਸੌਰੀ ਫਿਲੀਫਾਰਮ ਅਪੈਰੇਟਸ ਦਾ ਕੰਮ ਇਹ ਆ ਕਿ ਜਿਹੜੀ ਉਹ ਹੁੰਦੀ ਹੈ ਨਾ, ਕੀ ਕਹਿੰਦੇ ਆ, ਪੋਲਨ ਟਿਊਬ ਜਦੋਂ ਆਊਗੀ ਤਾਂ ਉਹ ਫਿਲੀਫਾਰਮ ਅਪੈਰੇਟਸ ਤੋਂ ਐਂਟਰ ਕਰ ਸਕੇ ਅੰਦਰ, ਇਸ ਕਰਕੇ ਪ੍ਰੈਜ਼ੈਂਟ ਹੁੰਦਾ ਹੈਗਾ, ਠੀਕ ਹੈ। ਨਿਊਟ੍ਰੀਸ਼ਨ ਵਾਸਤੇ ਕੁਝ ਹੋਰ ਸਟਰਕਚਰਸ ਪ੍ਰੈਜ਼ੈਂਟ ਹੁੰਦੇ ਆ, ਇਹ ਵੀ ਪੂਰਾ ਨਹੀਂ ਹੈਗਾ ਕਿਉਂਕਿ ਉਹ ਸਟਰਕਚਰਸ ਨਹੀਂ ਬਣਾਏ ਹੋਏ, ਠੀਕ ਹੈ। ਤੇ ਆਹ ਐਗ ਆ, ਦੋ ਸਾਈਨਰਜਿਸ ਪ੍ਰੈਜ਼ੈਂਟ ਹੋਣਗੇ ਮਾਈਕਰੋਪੈਲਰ ਐਂਡ ਤੇ, ਠੀਕ ਹੈ। ਮਾਈਕਰੋਪੈਲਰ ਐਂਡ ਤੇ ਕਿਉਂਕਿ ਉਹਦੇ ਕੋਲ ਫਿਲੀਫਾਰਮ ਅਪੈਰੇਟਸ ਆ ਜਿਸ ਦੇ ਵਿੱਚ ਉਹ ਪੋਲਨ ਟਿਊਬ ਨੇ ਜਾਣਾ ਗਾ, ਇਸ ਕਰਕੇ ਉਹਨੂੰ ਮਾਈਕਰੋਪੈਲਰ ਐਂਡ ਤੇ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪੋਲਨ ਟਿਊਬ ਮਾਈਕਰੋਪਾਈਲ ਦੇ ਥਰੂ ਐਂਟਰ ਕਰੂਗੀ। ਹੁਣ ਤੁਸੀਂ ਕਹੋਗੇ ਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਿਹੜੀ ਪੋਲਨ ਟਿਊਬ ਆ ਉਹ ਕਿਸੇ ਕੇਸ ਦੇ ਵਿੱਚ ਚਲਾਜ਼ਾ ਕਨੀ ਵੀ ਐਂਟਰ ਕਰ ਸਕਦੀ ਆ, ਤੇ ਕਿਸੇ ਕੇਸ ਦੇ ਵਿੱਚ ਇੰਟੈਗੂਮੈਂਟਸ ਕਨੀ ਵੀ ਐਂਟਰ ਕਰ ਸਕਦੀ ਆ। ਉਹ ਇੱਦਾਂ ਹੈ ਨਾ, ਦੇਖੋ ਥੋੜਾ ਕਰਨਾ ਉਹ ਤੁਹਾਨੂੰ ਥੋੜਾ ਫਿਰ ਸਮਝ ਆਊਗਾ। ਮੈਂ ਇੱਥੇ ਓਵਿਊਲ ਬਣਾਇਆ, ਠੀਕ ਹੈ, ਓਵਿਊਲ ਬਣਾਇਆ ਤੇ ਇਹਦੇ ਬਾਹਰ ਇੰਟੈਗੂਮੈਂਟਸ ਬਣਾਏ, ਤੇ ਆ ਉਹਦਾ ਮਾਈਕਰੋਪਾਈਲ ਹੈ, ਆ ਉਹਦਾ ਚਲਾਜ਼ਾ। ਜੇ ਇੱਧਰੋਂ ਵੀ ਐਂਟਰ ਕਰੂਗੀ ਨਾ, ਇੱਧਰੋਂ ਓਵਿਊਲ ਦੇ ਵਿੱਚ ਐਂਟਰ ਕਰੀ ਆ, ਅੰਦਰ ਉਹ ਸਿਰਫ ਇੱਧਰੋਂ ਹੀ ਐਂਟਰ ਕਰੂਗੀ, ਐਂਬਰੀਓ ਸੈਕ ਦੇ ਵਿੱਚ ਐਂਟਰ ਸਿਰਫ ਇੱਕੋ ਰਾਸਤੇ ਥਰੂ ਕਰੂਗੀ, ਬਟ ਓਵਿਊਲ ਦੇ ਥਰੂ ਉਹ ਵੇਰੀਅਸ ਪਾਰਟਸ ਚੋਂ ਐਂਟਰ ਕਰ ਸਕਦੀ ਆ, ਠੀਕ ਹੈ। ਜੇ ਤਾਂ ਉਹ ਇੱਧਰੋਂ ਐਂਟਰ ਕਰੀ ਜਿਹੜੀ ਪੋਲਨ ਟਿਊਬ ਆ, ਤਾਂ ਉਹ ਪੱਕਾ ਪਤਾ ਵੀ ਇੱਧਰੋਂ ਹੀ ਜਾਊਗੀ, ਤਾਂ ਉਹ ਕੀ ਹੈ ਇੰਟੈਗੂਮੈਂਟਸ ਦੇ ਥਰੂ ਵੀ ਐਂਟਰ ਕਰ ਸਕਦੀ ਹੈ, ਬਟ ਫਿਰ ਵੀ ਉਹ ਜੇ ਆਪਾਂ ਐਂਬਰੀਓ ਸੈਕ ਦੀ ਗੱਲ ਕਰੀਏ ਤਾਂ ਉਹ ਇੱਧਰੋਂ ਹੀ ਐਂਟਰ ਕਰੂਗੀ, ਭਾਵੇਂ ਓਵਿਊਲ 'ਚ ਕਿਸੇ ਮਰਜ਼ੀ ਰਾਹ ਤੋਂ ਐਂਟਰ ਕਰੇ, ਪਰ ਉਹ ਐਂਬਰੀਓ ਸੈਕ ਦੇ ਵਿੱਚ ਸਿਰਫ ਇੱਕੋ ਹੀ ਜਗ੍ਹਾ ਤੋਂ ਐਂਟਰ ਕਰੂਗੀ, ਉਹ ਕੀ ਆ, ਸਾਈਨਰਜਿਸ ਦੇ ਥਰੂ, ਫਿਲੀਫਾਰਮ ਅਪੈਰੇਟਸ ਦੇ ਥਰੂ, ਓਕੇ। ਹੁਣ ਆਪਾਂ ਦੇਖ ਲੈਂਦੇ ਹਾਂ ਇੱਕ ਵਾਰੀ ਐਂਬਰੀਓ ਸੈਕ ਦਾ ਡਾਇਗਰਾਮ। ਮਾਈਕਰੋਪਾਈਲਰ ਐਂਡ ਤੇ ਕੀ ਸੀਗੇ, ਸਾਈਨਰਜਿਸ ਪ੍ਰੈਜ਼ੈਂਟ ਸੀਗੇ ਦੋ, ਤੇ ਜਿਨ੍ਹਾਂ ਦੇ ਕੋਲ ਫਿਲੀਫਾਰਮ ਅਪੈਰੇਟਸ ਸੀਗਾ, ਜਿਹਦੇ ਥਰੂ ਜਿਹੜੀ ਪੋਲਨ ਟਿਊਬ ਐਂਟਰ ਕਰਨੀ ਹੁੰਦੀ ਆ, ਤੇ ਇੱਕ ਉਹਦੇ ਕੋਲ ਐਗ ਹੁੰਦਾ ਗਾ। ਤੇ ਚਲਾਜ਼ਲੈਂਡ ਦੇ ਉੱਪਰ ਕੀ ਪ੍ਰੈਜ਼ੈਂਟ ਹੁੰਦਾ, ਚਲਾਜ਼ਲੈਂਡ ਦੇ ਉੱਪਰ 3 ਐਂਟੀਪੋਡਲ ਸੈਲਸ ਪ੍ਰੈਜ਼ੈਂਟ ਹੁੰਦੇ ਆ, 3 ਐਂਟੀਪੋਡਲ ਸੈਲਸ ਪ੍ਰੈਜ਼ੈਂਟ ਹੁੰਦੇ ਆ, ਤੇ ਹਾਂ ਕਿੰਨੇ ਹੋ ਗਏ, 1 2 3 3 ਸੈੱਲ ਆ ਹੋ ਗਏ, ਤੇ 3 ਸੈੱਲ ਆ ਹੋ ਗਏ, ਠੀਕ ਹੈ, 3 ਐਂਟੀਪੋਡਲਸ ਹੋ ਗਏ, ਟੋਟਲ ਆਪਣੇ 6 ਸੈੱਲ ਹੋ ਗਏ, ਤੇ 7ਵਾਂ ਸੈੱਲ ਆ, ਠੀਕ ਹੈ, ਜਿਹੜਾ ਵਿਚਾਲੇ ਪ੍ਰੈਜ਼ੈਂਟ ਹੈ ਨਾ, ਦਿਸ ਇਜ਼ ਦ 7th ਸੈੱਲ, ਇਹਨੂੰ ਆਪਾਂ ਕੀ ਕਹਿੰਦੇ ਆ, ਸੈਂਟਰਲ ਸੈੱਲ, ਜਿਹਦੇ ਕੋਲ ਦੋ ਨਿਊਕਲੀਅਸ ਪ੍ਰੈਜ਼ੈਂਟ ਹੁੰਦੇ ਆ, ਇਹ ਦੋਨੋਂ ਫਿਊਜ਼ਡ ਨਹੀਂ ਹੁੰਦੇ, ਅਲੱਗ-ਅਲੱਗ ਪ੍ਰੈਜ਼ੈਂਟ ਹੁੰਦੇ ਆ, ਠੀਕ ਹੈ। ਤੇ ਇਹ ਕੀ ਆ, ਪੋਲਰ ਨਿਊਕਲੀਅਰ, ਇਸ ਕਰਕੇ ਇਹਨੂੰ ਆਪਾਂ N+N ਕੰਡੀਸ਼ਨ ਕਹਿੰਦੇ, ਕਿਉਂਕਿ ਇਹ ਡਿਪਲੋਇਡ ਤਾਂ ਹੈ ਨਹੀਂ, ਫਿਊਜ਼ਡ ਤਾਂ ਹੈ ਨਹੀਂ ਗੇ, ਅਲੱਗ-ਅਲੱਗ ਪ੍ਰੈਜ਼ੈਂਟ ਨੇ, N+N ਕੰਡੀਸ਼ਨ ਹੈ। ਤੇ ਪੋਲਰ ਨਿਊਕਲੀਅਰ ਕਿਉਂ ਕਹਿੰਦੇ, ਕਿਉਂਕਿ ਪੋਲਸ ਤੋਂ ਆਏ ਸੀਗੇ ਡਿਵੈਲਪਮੈਂਟ ਵੇਲੇ। ਇਹ ਵੀ ਹੋ ਗਿਆ ਆਪਣਾ ਪੇਜ ਕੰਪਲੀਟ। ਹੁਣ ਆਪਾਂ ਨੈਕਸਟ ਪੇਜ ਤੇ ਆਉਂਦੇ ਹਾਂ, 12th। Let us study about the formation of the embryo sac in detail, ਠੀਕ ਹੈ। ਹੁਣ ਆਪਾਂ embryo sac formation ਡਿਟੇਲ ਦੇ ਵਿੱਚ ਪੜਾਂਗੇ, ਵੈਸੇ ਤਾਂ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ, ਹੁਣ ਆਪਾਂ NCERT ਰੀਡਿੰਗ ਕਰਦੇ ਹਾਂ।
The nucleus of the functional megaspore divides mitotically to form two nuclei. Functional megaspore ਸੀਗਾ ਉਹਦਾ ਇੱਕ ਨਿਊਕਲੀਅਸ ਸੀਗਾ, ਉਹਨੇ ਦੋ ਨਿਊਕਲੀਅਸ ਬਣਾਏ, ਦੋ ਨਿਊਕਲੀਅਸ ਪੋਲਸ ਦੇ ਕਨੀ ਸ਼ਿਫਟ ਹੋ ਗਏ ਵਿਚ ਮੂਵ ਟੂ ਦ ਆਪੋਜ਼ਿਟ ਪੋਲਸ ਫਾਰਮਿੰਗ ਦ ਟੂ ਨਿਊਕਲੀਏਟ ਐਮਬ੍ਰਿਓਸੈਕ। ਤੇ ਇੱਥੋਂ ਆਪਣੇ ਕੋਲ ਕੀ ਆ ਗਿਆ, ਦੋ ਨਿਊਕਲੀਏਟ ਐਮਬ੍ਰਿਓਸੈਕ ਬਣ ਗਿਆ। Two more sequential mitotic nuclear divisions result in the formation of the four nuclei and the later 8 nucleate ਸਟੇਜਸ। ਆ ਫਸਟ ਮਾਈਟੋਸਿਸ ਹੋਈ, ਉਹਦੇ ਬਾਅਦ ਦੂਜੀ ਮਾਈਟੋਸਿਸ ਹੋਈ, ਤਾਂ ਉੱਥੋਂ ਕੀ ਹੈ ਹਰੇਕ ਨੇ ਦੋ ਦੋ ਨਿਊਕਲੀਅਸ ਬਣਵਾਏ ਤੇ ਦੋ ਦੋ, ਠੀਕ ਹੈ, ਚਾਰ ਨਿਊਕਲੀਅਰ ਸਟੇਜ ਆ ਗਈ। ਉਹਦੇ ਬਾਅਦ ਫਿਰ ਇੱਕ ਹੋਰ ਮਾਈਟੋਸਿਸ ਤੇ ਚਾਰ ਚਾਰ ਨਿਊਕਲੀਅਸ ਆਪਣੇ ਪੋਲਸ ਦੇ ਉੱਪਰ ਬਣ ਗਈ, ਤਾਂ ਇੱਥੇ ਆਪਣੇ ਕੋਲ 8 ਨਿਊਕਲੀਅਰ ਸਟੇਜ ਆ ਗਈ। It is of interest to note that these mitotic divisions are strictly free nuclear, that is nuclear divisions are not followed immediately by cell wall formation। ਤੇ ਜਿਹੜੀਆਂ nuclear divisions ਨੇ ਬਹੁਤ ਇੰਪੋਰਟੈਂਟ ਲਾਈਨ ਆ, ਇਹ ਕਿਵੇਂ ਹੁੰਦੀਆਂ ਨੇ, ਸਟ੍ਰਿਕਟਲੀ ਫ੍ਰੀ ਨਿਊਕਲੀਅਰ ਹੁੰਦੀਆਂ ਨੇ, ਮਤਲਬ ਕਿ ਨਿਊਕਲੀਅਸ ਬਣ ਜਾਂਦੇ ਆ। ਆਪਾਂ ਜੇ ਸੈੱਲ ਸਾਈਕਲ ਦੀ ਗੱਲ ਕਰੀਏ, ਸੈੱਲ ਸਾਈਕਲ ਦੇ ਵਿੱਚ ਕੀ ਹੁੰਦਾ, ਇੱਕ ਭਾਵੇਂ ਮਾਈਟੋਸਿਸ ਆ ਭਾਵੇਂ ਮਿਓਸਿਸ ਆ, ਹੈ ਨਾ। ਆਹ ਇੱਕ ਸੈੱਲ ਜਿਹੜਾ ਡਿਵਾਈਡ ਕਰਦਾ, ਪਹਿਲਾਂ ਉਹਦੇ ਵਿੱਚ ਕੈਰੋਕਾਈਨੇਸਿਸ ਹੁੰਦੀ ਹੈ, ਦੋ ਨਿਊਕਲੀਅਸ ਬਣਦੇ ਆ। ਦੋ ਨਿਊਕਲੀਅਸ ਤੋਂ ਬਾਅਦ ਕੀ ਹੈ, ਉਹਦੇ ਵਿੱਚ ਇਮੀਡੀਏਟਲੀ ਸਾਈਟੋਕਾਈਨੇਸਿਸ ਹੋ ਜਾਂਦੀ ਹੈ, ਮਤਲਬ ਉਹਨਾਂ ਦੇ ਜਿਹੜੇ ਪਲਾਜ਼ਮਾ ਨੇ, ਸਾਈਟੋਪਲਾਜ਼ਮ ਹੈ, ਉਹ ਵੀ ਅਲੱਗ ਅਲੱਗ ਹੋ ਜਾਂਦੇ ਆ, ਅਲੱਗ ਅਲੱਗ ਸੈੱਲ ਵੋਲ ਫਾਰਮੇਸ਼ਨ ਜਾਂ ਪਲਾਜ਼ਮਾ ਮੈਂਬਰੇਨ ਫਾਰਮੇਸ਼ਨ ਹੋ ਜਾਂਦੀ ਹੈਗੀ। ਬਟ ਇਹਦੇ ਵਿੱਚ ਕੀ ਆ, ਮਾਈਟੋਸਿਸ ਤਾਂ ਹੋ ਰਹੀ ਆ, ਠੀਕ ਹੈ, ਪਹਿਲਾਂ ਇੱਕ ਸੈੱਲ ਸੀ, ਇੱਕ ਸੈੱਲ ਤੋਂ ਦੋ ਸੈੱਲ ਬਣ ਗਏ, ਦੋਨੋਂ ਪੋਲਸ 'ਤੇ ਹੋ ਗਏ, ਫਿਰ ਉਹਦੇ ਬਾਅਦ ਚਾਰ ਸੈੱਲ ਬਣ ਗਏ, ਮਾਈਟੋਸਿਸ ਹੋ ਰਹੀ ਆ ਸਿਕੁਐਂਸ਼ਲੀ, ਤਿੰਨ ਮਾਈਟੋਟਿਕ ਡਿਵੀਜ਼ਨਸ ਹੋ ਰਹੀਆਂ ਨੇ। ਬਟ ਮਾਈਟੋਸਿਸ ਤੋਂ ਬਾਅਦ ਕੀ ਹੈ, ਨਿਊਕਲੀਅਰ ਡਿਵੀਜ਼ਨ ਤੋਂ ਬਾਅਦ ਕੀ ਹੈ, ਇੱਥੇ ਸੈੱਲ ਵਾਲ ਫਾਰਮੇਸ਼ਨ ਨਹੀਂ ਹੋ ਰਹੀ, ਤਾਂ ਕਰਕੇ ਆਪਾਂ ਕਹਿੰਦੇ ਹਾਂ ਇਹਨੂੰ ਫ੍ਰੀ ਨਿਊਕਲੀਅਰ ਡਿਵੀਜ਼ਨ, ਮਤਲਬ ਸਿਰਫ ਤੇ ਸਿਰਫ ਨਿਊਕਲੀਅਸ ਦੀ ਡਿਵੀਜ਼ਨ ਹੋ ਰਹੀ ਹੈ, ਇੱਥੇ ਸੈੱਲ ਡਿਵਾਈਡ ਨਹੀਂ ਕਰ ਰਿਹਾ। ਓਕੇ, after the nucleate stage, cell walls are laid down, leading to the organization of typical female gametophyte or embryo sac। ਤੇ ਜਦੋਂ 8 ਨਿਊਕਲੀਏਟ ਸਟੇਜ ਆ ਜਾਂਦੀ ਹੈ, ਉਸ ਤੋਂ ਬਾਅਦ ਸੈੱਲ ਵਾਲ ਫਾਰਮੇਸ਼ਨ ਸ਼ੁਰੂ ਹੁੰਦੀ ਹੈਗੀ। ਤੇ ਜੇ ਪਹਿਲਾਂ ਹੀ ਹੋ ਜਾਂਦੀ ਤਾਂ ਕਿਤੇ ਵੀ ਹੋ ਸਕਦੀ ਸੀ ਨਾ, ਅਲੱਗ ਅਲੱਗ ਸੈੱਲ ਜੀ ਬਣ ਜਾਂਦੇ, ਉਹਦੇ ਵਿੱਚ ਉਹ ਡਿਵਾਈਡ ਹੋ ਜਾਂਦੇ, ਤਾਂ 8 ਨਵੇਂ ਸੈੱਲ ਬਣ ਜਾਣੇ ਸੀ। ਉਹ ਆਪਾਂ ਨੇ ਕਰਨਾ ਨਹੀਂ ਸੀ, ਇੱਕੋ ਹੀ ਉਹ ਸਟਰਕਚਰ ਦੇ ਵਿੱਚ ਆਪਾਂ ਨੇ 8 ਅਲੱਗ ਅਲੱਗ ਸੈੱਲਸ ਬਣਾਉਣੇ ਸੀਗੇ, 7 ਅਲੱਗ ਅਲੱਗ ਸੈੱਲਸ ਬਣਾਉਣੇ ਸੀ, ਸੌਰੀ, ਠੀਕ ਹੈ। ਤਾਂ 8 ਨਹੀਂ, ਤਾਂ ਜੇ ਉੱਦਾਂ ਹੁੰਦਾ ਰਹਿੰਦਾ ਤਾਂ ਫਿਰ 8 ਅਲੱਗ ਅਲੱਗ ਸੈੱਲ ਬਣ ਜਾਣੇ ਸੀਗੇ, ਅਤੇ ਉਹ ਤਾਂ ਐਮਬ੍ਰਿਓ ਸੈਕ ਦਾ ਸਟਰਕਚਰ ਨਹੀਂ ਹੈਗਾ, ਠੀਕ ਹੈ। ਇਹ ਨਿਊਕਲੀਅਰ ਸਟੇਜ ਤੋਂ ਬਾਅਦ ਸੈੱਲ ਵਾਲ ਫਾਰਮੇਸ਼ਨ ਹੋਣੀ ਸ਼ੁਰੂ ਹੁੰਦੀ ਹੈਗੀ, ਜਿਹਦੇ ਨਾਲ ਇੱਕ ਫੀਮੇਲ ਗੈਮੀਟੋਫਾਈਟ ਜਾਂ ਫਿਰ ਐਮਬ੍ਰਿਓ ਸੈਕ ਬਣਦਾ ਹੈਗਾ, ਠੀਕ ਹੈ। ਇੱਥੇ ਫਿਰ ਤੇ 3 ਐਂਟੀਪੋਡਲਸ ਬਣ ਜਾਂਦੇ ਹੈ, ਅਤੇ 2 ਸਾਇਨਰਜਿਡਸ, ਇੱਕ ਐਕਸੈਲ, ਅਤੇ ਵਿਚਾਲੇ 2 ਪੋਲਰ ਨਿਊਕਲੀਆਈ, ਅਤੇ ਵਿਚਾਲੇ ਵਾਲਾ ਸੈੱਲ ਨੂੰ ਆਪਾਂ ਕੀ ਕਹਿੰਦੇ ਹਾਂ, ਸੈਂਟਰਲ ਸੈੱਲ ਕਹਿ ਦਿੰਦੇ ਹਾਂ। ਓਕੇ, ऑब्जर्व द डिस्ट्रीब्यूशन ऑफ सेल्स इनसाइड द एम्ब्रियो सैक, ठीक है। ਤੁਸੀਂ एम्ब्रियो सैक ਦੇ ਅੰਦਰ ਦੇਖੋ ਵੀ ਸੈल्स ਕਿੱਦਾਂ ਡਿਸਟਰੀਬਿਊਟਡ ਨੇ, ਆਪਾਂ ਆਲਰੇਡੀ ਦੇਖ ਚੁੱਕੇ ਹਾਂ। 6 of the nuclei are surrounded by cell walls and organized into cells, ਠੀਕ ਹੈ। 8 ਚੋਂ 6 ਨਿਊਕਲੀਆਈ ਜਿਹੜੇ ਆ, 3 ਐਂਟੀਪੋਡਲਸ ਵਾਲੇ ਹੋ ਗਏ, ਇੱਕ ਐਕਸੈਲ ਵਾਲਾ ਹੋ ਗਿਆ, 2 ਸਾਇਨਰਜਿਡਸ ਵਾਲੇ ਹੋ ਗਏ, ਠੀਕ ਹੈ। ਇਹ ਸੈੱਲ ਵਾਲਸ ਦੇ ਦੁਆਰਾ ਕੀ ਹੈ, ਸਰਾਊਂਡਡ ਹੁੰਦੇ ਨੇ। ਅਤੇ ਜਿਹੜੇ ਬਾਕੀ ਦੇ 2 ਨਿਊਕਲੀਆਈ ਰਹਿ ਗਏ, ਜਿਨ੍ਹਾਂ ਨੂੰ ਕਿ ਪੋਲਰ ਨਿਊਕਲੀਆਈ ਕਿਹਾ ਜਾਂਦਾ ਹੈਗਾ, ਉਹ ਕੀ ਹੈ, ਐਗ apparatus ਦੇ ਨੀਚੇ ਪ੍ਰੈਜ਼ੈਂਟ ਹੁੰਦੇ ਨੇ, ਆਰ ਸਿਚੁਏਟਡ ਬਿਲੋ ਦ ਐਗ apparatus ਇਨ ਦ ਲਾਰਜ ਸੈਂਟਰਲ ਸੈੱਲ। ਐਗ apparatus ਦੇ ਨੀਚੇ ਕਿਉਂ ਕਿਹਾ ਗਿਆ, ਵੈਸੇ ਤਾਂ ਜੇ ਆਪਾਂ ਗੱਲ ਕਰੀਏ ਤਾਂ ਇਹ ਐਗ apparatus ਇੱਥੇ ਹੈ, ਇਹਦੇ ਅਬਵ ਹੋਣਾ ਚਾਹੀਦਾ ਹੈਗਾ, ਬਟ ਇਹ ਨੀਚੇ ਤਾਂ ਕਿਹਾ ਗਿਆ ਕਿਉਂਕਿ ਆਪਾਂ ਉਲਟਾ ਕਰਕੇ ਪੜ੍ਹ ਰਹੇ ਹਾਂ, ਯਾਦ ਰੱਖਣਾ, ਠੀਕ ਹੈ। ਅਬਵ ਨੂੰ ਕਲਿੱਕ ਨਾ ਕਰ ਦੇਣਾ, ਠੀਕ ਹੈ, ਸਿਰਫ ਬਿਲੋ ਹੀ ਇੱਥੇ ਅਬਵ ਲਿਖ ਦੇਣਗੇ, ਤੁਸੀਂ ਉੱਥੇ ਉਹ ਗਲਤ ਕਰ ਦੋਗੇ, ਠੀਕ ਹੈ। ਵੈਸੇ ਬਿਲੋ ਵੀ ਕਾਫੀ ਹੱਦ ਤੱਕ ਸਹੀ ਨਹੀਂ ਹੈਗਾ, ਠੀਕ ਹੈ, ਪਰ ਬਿਲੋ ਯਾਦ ਰੱਖਣਾ ਥੋੜ੍ਹਾ। देयर इज़ अ कैरेक्टरिस्टिक डिस्ट्रीब्यूशन ऑफ द सैल्स विद इन द एम्ब्रियो सैक, ठीक है। एम्ब्रियो सैक ਦੇ ਵਿੱਚ ਜਿਹੜੇ ਸੈल्स ਨੇ ਉਹ ਡਿਸਟਰੀਬਿਊਟਡ ਹੁੰਦੇ ਨੇ। 3 cells are grouped together in at the micropylar end, ਮਾਈਕਰੋਪਾਇਲਰ ਐਂਡ ਦੇ ਉੱਪਰ 3 cells ਜਿਹੜੇ ਆ ਗਰੁੱਪਡ ਹੁੰਦੇ ਨੇ, ਅਤੇ ਉਹ ਕੀ ਬਣਾਉਂਦੇ ਨੇ, ਐਗ apparatus ਬਣਾਉਂਦੇ ਨੇ। ਐਗ apparatus ਦੇ ਵਿੱਚ 2 ਸਾਇਨਰਜਿਡਸ ਹੁੰਦੇ ਨੇ, ਇੱਕ ਐਕਸਲ ਹੁੰਦਾ। The egg apparatus in turn consists of 2 synergids and 1 axil. The synergids have special cellular thickenings at the micropylar tip called the filiform apparatus, which play an important role in guiding the pollen tube into the synergid, okay। ਜਿਹੜੇ ਐਗ apparatus ਉਹਦੇ ਵਿੱਚ ਕਿੰਨੇ ਸੈੱਲ ਸੀ, 3 ਸੈੱਲ ਸੀ, 2 ਸਾਇਨਰਜਿਡ ਸੀਗੇ, ਇੱਕ ਐਗ ਸੈੱਲ ਸੀਗਾ, ਅਤੇ ਜਿਹੜੇ ਸਾਇਨਰਜਿਡ ਸੀਗੇ ਉਹਨਾਂ ਦੇ ਕੋਲ ਸਪੈਸ਼ਲ ਸੈਲੂਲਰ ਥਿਕਨਿੰਗਸ ਨੇ। ਫਿਲੀਫਾਰਮ apparatus ਦੀ ਤੁਸੀਂ ਕੀ ਦਿਓਗੇ, ਸੈਲੂਲਰ ਥਿਕਨਿੰਗਸ ਪ੍ਰੈਜ਼ੈਂਟ ਇਨ ਦ ਸਾਇਨਰਜਿਡਸ ਐਟ ਦ ਮਾਈਕਰੋਪਾਇਲਰ ਟਿਪ, ਠੀਕ ਹੈ। ਡੈਫੀਨੇਸ਼ਨ ਕੀ ਹੈ ਇਹਦੀ, ਫਿਲੀਫਾਰਮ apparatus ਦੀ ਸਪੈਸ਼ਲ ਸੈਲੂਲਰ ਥਿਕਨਿੰਗਸ ਨੇ ਜਿਹੜੀ ਕਿ ਮਾਈਕਰੋਪਾਇਲਰ ਟਿਪ ਦੇ ਉੱਪਰ ਪ੍ਰੈਜ਼ੈਂਟ ਨੇ, ਜਿਹਨੂੰ ਕਿ ਆਪਾਂ ਫਿਲੀਫਾਰਮ apparatus ਕਹਿੰਦੇ ਹਾਂ। ਅਤੇ ਫਿਲੀਫਾਰਮ apparatus ਦਾ ਕੰਮ ਕੀ ਹੈ ਕਿ ਪੋਲਨ ਟਿਊਬ ਨੂੰ ਗਾਈਡ ਕਰਨਾ ਸਾਇਨਰਜਿਡ ਤੱਕ ਪੋਲਨ ਟਿਊਬ ਨੂੰ ਗਾਈਡ ਕੌਣ ਕਰਦਾ, ਉਹਨੂੰ ਰਸਤਾ ਕੌਣ ਦਿਖਾਉਂਦਾ ਹੈਗਾ, ਫਿਲੀਫਾਰਮ apparatus,
थ्री सेल्स आर एट द चलाजल एंड आर कॉल्ड एंटीपोडल्स। ते 3 सेल ਜਿਹੜੇ ਆ ਚਲਾਜ਼ਲ ਦੇ ਉੱਪਰ ਪ੍ਰੈਜ਼ੈਂਟ ਹੁੰਦੇ ਆ ਤੇ ਉਹਨਾਂ ਨੂੰ ਐਂਟੀਪੋਡल्स ਕਹਿੰਦੇ ਆ। ਦ ਲਾਰਜ ਸੈਂਟਰਲ ਸੈਲ ਐਜ਼ ਮੈਂਸ਼ਨਡ ਅਰਲੀਅਰ ਹੈਜ਼ ਟੂ ਪੋਲਰ ਨਿਊਕਲੀਆਈ। ਠੀਕ ਹੈ, ਤੇ ਜਿਹੜਾ ਵਿਚਾਲੇ ਵੱਡਾ ਸਾਰਾ ਸੈਂਟਰਲ ਸੈਲ ਹੁੰਦਾ ਉਹਦੇ ਕੋਲ 2 ਪੋਲਰ ਨਿਊਕਲੀਆਈ ਹੁੰਦੇ ਆ। ਦੈਸ ਅ ਟਿਪੀਕਲ ਐਂਜੀਓਸਪਰਮ ਐਮਬ੍ਰਿਓਸੈਕ ਐਟ ਮੈਚੁਰਿਟੀ ਟੂ 8 ਨਿਊਕਲੀਏਟ ਇਜ਼ 7 ਸੈਲ। ਠੀਕ ਹੈ, ਤਾਂ ਕਰਕੇ ਆਪਾਂ ਜਦ ਟਿਪੀਕਲ ਐਂਜੀਓਸਪਰਮ ਐਮਬ੍ਰਿਓਸੈਕ ਦੀ ਗੱਲ ਕਰੀਏ, ਮੈਚੋਰ ਐਮਬ੍ਰਿਓਸੈਕ ਦੀ ਗੱਲ ਕਰੀਏ ਤਾਂ ਉਹਦੇ ਕੋਲ 8 ਨਿਊਕਲੀਅਸ ਹੁੰਦੇ ਆ ਬਟ 7 ਸੈਲਸ ਹੁੰਦੇ ਆ। ਹਾਲਾਂਕਿ ਉਹ 8 ਨਿਊਕਲੀਏਟ ਹੁੰਦਾ ਪਰ ਸਿਰਫ ਤੇ ਸਿਰਫ 7 ਸੈਲ ਹੀ ਹੁੰਦਾ ਗਾ। ਨੈਕਸਟ ਵਨ, pollination. In the preceding sections, you have learned that the male and the female gametes in flowering plants are produced in the pollen grain and embryo sac. ਮੇਲ ਗਮੀਟ ਕਿਹਦੇ ਅੰਦਰ ਬਣੂਗਾ? ਮੇਲ ਗਮੀਟੋਫਾਈਡ ਦੇ ਅੰਦਰ ਬਣੂਗਾ। ਤੇ ਮੇਲ ਗਮੀਟੋਫਾਈਡ ਕੌਣ ਹੁੰਦਾ ਹੈਗਾ? ਪੋਲਨ ਗ੍ਰੇਨ ਹੁੰਦਾ ਹੈਗਾ। ਤੇ ਫੀਮੇਲ ਗਮੀਟ ਕਿਹਦੇ ਅੰਦਰ ਬਣੂਗਾ? ਫੀਮੇਲ ਗਮੀਟੋਫਾਈਡ ਦੇ ਅੰਦਰ ਬਣੂਗਾ। ਤੇ ਫੀਮੇਲ ਗਮੀਟ ਕਿਹਨੂੰ ਕਿਹਾ ਜਾਂਦਾ ਹੈਗਾ? ਐਮਬ੍ਰਿਓ ਸੈਕ ਨੂੰ ਕਿਹਾ ਜਾਂਦਾ ਹੈਗਾ। ਓਕੇ, ਹੈਜ਼ ਬੋਥ ਟਾਈਪ ਆਫ ਗੈਮੀਟਸ ਆਰ ਨੋਰਮੇਟਾਈਲ। ਤੇ ਦੋਨੋਂ ਹੀ ਜਿਹੜੇ ਗੈਮੀਟਸ ਹੁੰਦੇ ਹਨ ਜਿਸਪਰਮ ਦੇ ਅੰਦਰ ਉਹ ਨੋਰਮੇਟਾਈਲ ਹੁੰਦੇ, ਇਸੇ ਕਰਕੇ ਉਹਨਾਂ ਨੂੰ ਪੋਲੀਨੇਸ਼ਨ ਦੀ ਲੋੜ ਹੁੰਦੀ ਆ। ਕਿਸੇ ਨਾ ਕਿਸੇ ਐਕਸਟਰਨਲ ਏਜੈਂਟ ਦੀ ਲੋੜ ਹੁੰਦੀ ਆ ਉਹਨਾਂ ਦਾ ਮਿਲਾਪ ਕਰਾਉਣ ਦੇ ਲਈ। ਠੀਕ ਹੈ, ਯਾਦ ਰੱਖਣਾ ਦੋਨੋਂ ਗੈਮੀਟਸ ਜਿਹੜੇ ਆ ਐਂਜੋਸਪਰਮਸ ਦੇ ਵਿੱਚ ਉਹ ਨੋਰਮੇਟਾਈਲ ਹੁੰਦੇ ਆ, ਅਨਲਾਈਕ ਐਲਗੇ, ਬ੍ਰੇਫਾਈਟਸ, ਟੈਰਿਡੋਫਾਈਟਸ। ਓਕੇ, ਦੇ ਹੈਵ ਟੂ ਬੀ ਬਰੋਟ ਟੂਗੈਦਰ ਫॉर ਫਰਟੀਲਾਈਜੇਸ਼ਨ ਟੂ ਓਕਰ। ਤਾਂ ਕਰਕੇ ਉਹਨਾਂ ਨੂੰ ਮਿਲਾਪ ਕਰਾਉਣ ਦੀ ਲੋੜ ਆ। ਠੀਕ ਹੈ, ਹਾਊ ਇਜ਼ ਦਿਸ ਅਚੀਵਡ? ਤੇ ਉਹਨਾਂ ਨੂੰ ਹੁਣ ਆਪਾਂ ਇਕੱਠੇ ਲਿਆਉਂਦੇ ਕਿੱਦਾਂ ਆ? ਪੋਲੀਨੇਸ਼ਨ ਇਜ਼ ਦਾ ਆਨਸਰ। ਪੋਲੀਨੇਸ਼ਨ ਦੇ ਥਰੂ ਆਪਾਂ ਦੋਨਾਂ ਦਾ ਮੇਲ ਮਿਲਾਪ ਕਰਾਉਣੇ ਆ। ਠੀਕ ਹੈ, ਪੋਲੀਨੇਸ਼ਨ ਇਜ਼ ਦਾ ਮੈਕੈਨਿਜ਼ਮ ਟੂ ਅਚੀਵ ਦਿਸ ਆਬਜੈਕਟਿਵ। ਠੀਕ ਹੈ, ਇਸ ਆਬਜੈਕਟਿਵ ਨੂੰ ਅਚੀਵ ਕਰਨ ਦੇ ਮੈਕੈਨਿਜ਼ਮ ਨੂੰ ਕੀ ਕਿਹਾ ਜਾਂਦਾ ਹੈਗਾ? ਪੋਲੀਨੇਸ਼ਨ ਕਿਹਾ ਜਾਂਦਾ ਹੈਗਾ। Transfer of pollen grains shed from the anther to the stigma of a pistil is termed as pollination. ਠੀਕ ਹੈ, ਪੋਲਨ ਗ੍ਰੇਨਸ ਨੂੰ ਜਿਹੜੇ ਕੈਂਥਰ ਤੋਂ ਨਿਕਲੇ ਆ, ਤੇ ਕੈਂਥਰ ਤੋਂ ਕੀ ਨਿਕਲਦੇ ਆ? ਪੋਲਨ ਗ੍ਰੇਨਸ ਨਿਕਲਦੇ ਆ। ਪੋਲਨ ਗ੍ਰੇਨਸ ਨੂੰ ਪਿਸਟਲ ਦੇ ਸਟਿਗਮਾ ਤੱਕ, ਪਿਸਟਲ ਦੇ ਕੋਲ ਹੁੰਦਾ ਇੱਕ ਸਟਿਗਮਾ, ਇੱਕ ਸਟਾਈਲ ਦੇ ਇੱਕ ਓਵਰੀ ਹੁੰਦਾ ਨਾ, ਪਿਸਟਲ ਦੇ ਸਟਿਗਮਾ ਤੱਕ ਪਹੁੰਚਾਉਣ ਦੇ ਪ੍ਰੋਸੈਸ ਨੂੰ ਪੋਲੀਨੇਸ਼ਨ ਕਿਹਾ ਜਾਂਦਾ। ਪੋਲੀਨੇਸ਼ਨ ਦੀ ਡੈਫੀਨੇਸ਼ਨ ਕੀ ਹੈ? ਟ੍ਰਾਂਸਫਰ ਆਫ ਪੋਲਨ ਗ੍ਰੇਨਸ ਸੈਟ ਫਰਮ ਦ ਐਂਥਰ ਟੂ ਦ stigma of the pistil is called as the pollination. Flowering plants have evolved an amazing array of adaptations to achieve pollination. ਜਿਹੜੇ ਫਲਾਵਰਿੰਗ ਪਲਾਂਟਸ ਹੁੰਦੇ ਆ ਹੈ ਨਾ, ਉਹਨਾਂ ਦੇ ਕੋਲ ਕੀ ਆ? ਬਹੁਤ ਜ਼ਿਆਦਾ ਵਧੀਆ ਤੁਸੀਂ ਕਹਿ ਸਕਦੇ ਹੋ ਅਡੈਪਟੇਸ਼ਨਸ ਨੇ। ਠੀਕ ਹੈ, ਬਹੁਤ ਜ਼ਿਆਦਾ ਤੁਹਾਨੂੰ ਵੈਰਾਈਟੀ ਦੇਖਣ ਨੂੰ ਮਿਲਦੀ ਹੈ ਅਡੈਪਟੇਸ਼ਨਸ ਦੀ, ਜਿਹਦੇ ਨਾਲ ਇਹ ਪੋਲੀਨੇਸ਼ਨ ਨੂੰ ਕਰ ਸਕਦੀ ਆ ਹੈ ਨਾ। ਮਤਲਬ ਕੁਝ ਅਡੈਪਟੇਸ਼ਨਸ ਕਿੱਦਾਂ? ਮਤਲਬ ਕੁਝ ਜਿਹੜੇ ਪਲਾਂਟਸ ਜੋ ਕਿ ਸਪੈਸੀਫਿਕ ਏਜੰਟ ਦੇ ਥਰੂ ਹੀ ਪੋਲੀਨੇਟ ਹੁੰਦੇ ਆ। ਠੀਕ ਹੈ, ਜੇ ਇਨਸੈਕਟ ਦੀ ਵੀ ਗੱਲ ਕਰੀ ਨਾ, ਤੇ ਕੁਝ ਪਲਾਂਟਸ ਇੱਦਾਂ ਦੇ ਜਿਹੜਾ ਇੱਦਾਂ ਅਡੈਪਟ ਕਰਦੇ ਆ ਕਿ ਉਹਨਾਂ ਨੂੰ ਕੋਈ ਇੱਕ ਸਪੈਸੀਫਿਕ ਇਨਸੈਕਟ ਹੀ ਪੋਲੀਨੇਟ ਕਰੇ। ਠੀਕ ਹੈ, ਦੇ ਮੇਕ ਯੂਜ਼ ਆਫ ਐਕਸਟਰਨਲ ਏਜੰਟਸ ਟੂ ਅਚੀਵ ਪੋਲੀਨੇਸ਼ਨ। ਠੀਕ ਹੈ, ਐਕਸਟਰਨਲ ਏਜੰਟਸ ਦੀ ਹੈਲਪ ਦੇ ਨਾਲ ਜਿਹੜੇ ਪਲਾਂਟਸ ਨੇ ਉਹ ਪੋਲੀਨੇਸ਼ਨ ਨੂੰ ਅਚੀਵ ਕਰਦੇ ਨੇ। ਕੈਨ ਯੂ ਲਿਸਟ ਦ ਪੋਸੀਬਲ ਐਕਸਟਰਨਲ ਏਜੰਟਸ? ਕੀ ਤੁਸੀਂ ਪੋਸੀਬਲ ਐਕਸਟਰਨਲ ਏਜੰਟਸ ਦੇ ਨਾਮ ਲਿਖ ਸਕਦੇ ਹੋ? ਹਾਂ, ਪੋਸੀਬਲ ਐਕਸਟਰਨਲ ਏਜੰਟਸ ਹੋ ਗਿਆ ਵਿੰਡ, ਵਾਟਰ, ਇਨਸੈਕਟਸ। ਮੈਨੂੰ ਪਤਾ ਇੱਥੇ ਸਹੀ ਨਹੀਂ ਲਿਖਿਆ ਜਾ ਰਿਹਾ, ਐਨੀਮਲਸ। ਠੀਕ ਹੈ, ਇਹ ਕੁਝ ਪੋਸੀਬਲ ਐਕਸਟਰਨਲ ਏਜੰਟਸ। ਹੁਣ ਆਪਾਂ ਦੇਖਦੇ ਹਾਂ ਕਾਈਂਡਸ ਆਫ ਪੋਲੀਨੇਸ਼ਨ, ਯੂ ਕੈਨ ਸੇ ਟਾਈਪਸ ਆਫ ਪੋਲੀਨੇਸ਼ਨ ਡਿਪੈਂਡਿੰਗ ਔਨ ਦ ਸੋਰਸ ਆਫ ਪੋਲਨ। ਠੀਕ ਹੈ, ਸੋਰਸ ਆਫ ਪੋਲਨ ਦੇ ਉੱਪਰ ਡਿਪੈਂਡ ਕਰਦੇ ਹੋਏ ਕੀ ਆ? ਪੋਲੀਨੇਸ਼ਨ ਆਪਾਂ 3 ਟਾਈਪਸ ਦੇ ਉੱਪਰ ਤਿੰਨ ਟਾਈਪਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਸੋਰਸ ਆਫ ਪੋਲਨ ਮਤਲਬ ਜਿਹੜਾ ਪੋਲਨ ਆ ਉਹ ਸੇਮ ਪਲਾਂਟ ਦਾ ਜਾਂ ਡਿਫਰੈਂਟ ਪਲਾਂਟ ਦਾ, ਕੁਝ ਇੱਦਾਂ ਤੁਸੀਂ ਕਹਿ ਸਕਦੇ ਹੋ। ਫਰਸਟ ਟਾਈਪ ਆਫ ਪੋਲੀਨੇਸ਼ਨ ਹੈਗੀ ਓਟੋਗੈਮੀ। ਠੀਕ ਹੈ,